ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਨੀਲ ਭਲਿੰਦਰ ਹੋਰਾਂ ਦੇ ਨਾਲ ਚਰਚਾ ਕਰਾਂਗੇ ਜੀ। ਚਰਚਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਦੀ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814232345। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। एड्रेस 2201 साउथ यूनियन एवेन्यू, बेकर्सफील्ड, कैलिफोर्निया 93307। यूनियन विलेज। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਮੇਰੇ ਨਾਲ ਹੁਣ ਨੀਲ ਭਲਿੰਦਰ ਜੀ ਜੁੜ ਗਏ ਨੇ ਚੰਡੀਗੜ੍ਹ ਤੋਂ। ਨੀਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦਨਿਆਲ ਸਾਹਿਬ। ਨੀਲ ਜੀ, ਇੱਕ ਆਪਣੇ ਆਪ 'ਚ ਇਤਿਹਾਸ ਸਿਰਜਿਆ ਗਿਆ। ਇੱਕ ਕਈ ਵਾਰੀ ਅਨਸੈਡ ਜਾਂ ਅਨਰਿਟਨ ਪ੍ਰੋਟੋਕਾਲਸ ਹੁੰਦੇ ਨੇ ਕਿ 2 ਅਹਿਮ ਅਹੁਦਿਆਂ ਦੇ ਉੱਤੇ, 2 ਮੁੱਖ ਅਹੁਦਿਆਂ ਦੇ ਉੱਤੇ ਇੱਕੋ ਪਰਿਵਾਰ ਦੇ 2 ਜੀ ਨਹੀਂ ਹੋ ਸਕਦੇ। ਪਰ ਪੰਜਾਬ ਦੇ ਵਿੱਚ ਇਹ ਇਤਿਹਾਸ ਜਿਹੜਾ ਸਿਰਜ ਦਿੱਤਾ ਵਿੰਨੀ ਮਹਾਜਨ ਨੂੰ ਛਾਲ ਮਰਵਾ ਕੇ, ਛੜੱਪਾ ਮਰਵਾ ਕੇ ਪੰਜਾਬ ਦਾ ਚੀਫ ਸੈਕਟਰੀ ਲਾ ਦਿੱਤਾ ਹੈ। ਜੀ ਬਿਲਕੁਲ, ਇਹ ਸ਼ਾਇਦ ਪੰਜਾਬ ਵਿੱਚ ਜਾਂ ਆਪਾਂ ਮੇਰੇ ਖਿਆਲ 'ਚ ਤਾਂ ਹੋਰ ਵੀ ਪਾਸੇ ਜਿਹੜੀ ਐਸੀ ਮਿਸਾਲ ਬਹੁਤ ਘੱਟ ਦੇਖਣ ਨੂੰ ਮਿਲੀ ਹੈ ਕਿ ਇੱਕੋ ਹੀ ਪਰਿਵਾਰ, ਖਾਸ ਕਰ ਹਸਬੈਂਡ ਵਾਈਫ ਜਿਹੜੇ ਨੇ, ਉਹ ਜਿਹੜੇ ਟੌਪ ਦੇ ਜਿਹੜੇ ਨੇ ਕੀ ਪੋਸਟਸ ਨੇ ਜਿਹੜੀਆਂ ਹੁੰਦੀਆਂ ਨੇ ਸਰਕਾਰ ਦੀਆਂ, ਸਰਕਾਰ ਨੂੰ ਚਲਾਉਣ ਵਾਸਤੇ ਚੀਫ ਸੈਕਟਰੀ ਤੇ ਪੁਲਿਸ ਤੰਤਰ ਨੂੰ, ਪ੍ਰਸ਼ਾਸਨ ਨੂੰ ਚਲਾਉਣ ਵਾਸਤੇ ਚੀਫ ਸੈਕਟਰੀ ਤੇ ਪੁਲਿਸ ਪ੍ਰਸ਼ਾਸਨ ਨੂੰ ਚਲਾਉਣ ਵਾਸਤੇ DGP, ਇਹ ਦੋਵੇਂ ਹਸਬੈਂਡ ਵਾਈਫ ਨੂੰ ਜਿਹੜਾ ਹੈਗਾ ਦਿੱਤੇ ਜਾਣ।
ਹਾਲਾਂਕਿ ਹਸਬੈਂਡ ਵਾਈਫ ਉਹ ਆਪਣੀ ਪਰਸਨਲ ਕੈਪੈਸਿਟੀ 'ਚ ਨੇ, ਅਦਰਵਾਈਜ਼ ਉਹ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਜਿਹੜੇ ਨੇ ਉਹ ਚੁਣੇ ਹੋਏ ਅਫਸਰ ਨੇ UPSC ਦੇ ਚੁਣੇ ਹੋਏ ਅਫਸਰ। ਹਾਂ, ਉਸ ਕੈਪੈਸਿਟੀ 'ਚ ਜਿਹੜਾ ਹੈਗੀ ਹੈ ਉਹਨਾਂ ਦੀ ਅਪਾਇੰਟਮੈਂਟ ਹੋਈ ਹੈ। ਪਰ ਐਜ ਪਰ ਦਾ ਜਿਹੜਾ ਹੈਗਾ ਜਿਹੜਾ ਤੁਸੀਂ ਜਿਹਦਾ ਅਨਡਿਸਕਲੋਜ਼ਡ ਜਿਹੜਾ ਪ੍ਰੋਟੋਕਾਲ ਦੀ ਗੱਲ ਕੀਤੀ ਹੈ ਤੇ ਉਹਦੇ ਮੁਤਾਬਕ ਜ਼ਰੂਰ ਇਹ ਹੈਰਾਨੀ ਕਰਨ ਵਾਲੀ ਗੱਲ ਹੈ, ਕਿਉਂਕਿ ਖਾਸ ਕਰ ਉਦੋਂ ਜਦੋਂ ਤੁਹਾਨੂੰ ਯਾਦ ਹੋਏਗਾ ਜਦੋਂ ਕਿਉਂਕਿ ਵਿੰਨੀ ਮਹਾਜਨ ਜਿਹੜੇ ਨੇ ਉਹ ਵੀ 1987 ਬੈਚ ਦੇ IAS ਅਫਸਰ ਨੇ ਤੇ ਇਹਨਾਂ ਦੇ ਪਤੀ ਜਿਹੜੇ ਨੇ ਦਿਨਕਰ ਗੁਪਤਾ DGP ਪੰਜਾਬ, ਇਹ ਵੀ 1987 ਬੈਚ ਦੇ IAS ਅਫਸਰ ਨੇ। ਜਦੋਂ 2 ਸਾਲ ਪਹਿਲਾਂ ਦਿਨਕਰ ਗੁਪਤਾ ਨੂੰ ਚੁਣਿਆ ਗਿਆ ਸੀ ਤਾਂ ਉਦੋਂ ਵੀ 3 ਬੰਦਿਆਂ ਦਾ ਪੈਨਲ ਗਿਆ ਸੀਗਾ, ਮੁਹੰਮਦ ਮੁਸਤਫਾ IPS 1985 ਬੈਚ ਤੇ ਜਿਹੜਾ ਸਿਧਾਰਥ ਚਟੋਪਾਧਿਆਏ IPS ਆਫੀਸਰ 1986 ਬੈਚ। ਤਾਂ ਇਸ ਤਿੰਨਾਂ ਚੋਂ ਸਭ ਤੋਂ ਜੂਨੀਅਰ ਸੀਗੇ ਦਿਨਕਰ ਗੁਪਤਾ 1987 ਬੈਚ, ਬਟ ਉਹਨਾਂ ਨੂੰ ਜਿਹੜਾ ਹੈਗਾ ਅਪਾਇੰਟ ਕਰ ਲਿਆ ਗਿਆ ਸੀ ਤੇ ਉਹ ਮਾਮਲਾ ਮੁੜ ਕੇ ਸਿਧਾਰਥ ਚਟੋਪਾਧਿਆਏ ਤੇ ਜਿਹੜਾ ਮੁਹੰਮਦ ਮੁਸਤਫਾ ਵੱਲੋਂ ਜਿਹੜਾ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਕੈਟ ਜਿਹਨੂੰ ਕਹਿੰਦੇ ਆ ਚੰਡੀਗੜ੍ਹ ਬੈਂਚ 'ਚ ਲਿਜਾਇਆ ਗਿਆ ਤੇ ਉੱਥੇ ਦਿਨਕਰ ਗੁਪਤਾ ਦੀ ਜਿਹੜੀ ਅਪਾਇੰਟਮੈਂਟ ਹੈ ਉਹ ਸੈਟ ਅਸਾਈਡ ਹੋ ਗਈ। ਉਸ ਤੋਂ ਬਾਅਦ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਨੇ ਇੰਟਰਮਲੀ ਜਿਹੜਾ ਹੈਗਾ ਸਟੇ ਕਰ ਦਿੱਤਾ ਕੈਟ ਦਾ ਆਰਡਰ। ਉਸ ਤੋਂ ਬਾਅਦ ਚਟੋਪਾਧਿਆਏ ਤੇ ਆਪਣਾ ਮੁਸਤਫਾ ਜਿਹੜੇ ਨੇ ਉਹ ਸੁਪਰੀਮ ਕੋਰਟ ਜਾਂਦੇ ਨੇ ਤੇ ਸੁਪਰੀਮ ਕੋਰਟ ਹਾਲੇ 3-4 ਮਹੀਨੇ ਪਹਿਲਾਂ ਦੀ ਗੱਲ ਹੈ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਪੰਜਾਬ ਦੀ ਜਦੋਂ ਆਪਾਂ ਪੁਲਿਸ ਦੇ ਬਾਰੇ ਗੱਲ ਕਰ ਰਹੇ ਸੀ ਕਰੋਨਾ ਕਾਲ ਦੇ ਵਿੱਚ ਕਿ ਕਿਸ ਤਰ੍ਹਾਂ DGP ਦੇ ਹੱਕ ਵਿੱਚ ਕਾਫੀ ਕੁਝ ਭੁਗਤ ਰਿਹਾ, ਖਾਸ ਕਰ ਮੈਂ ਵੀ ਹਰਜੀਤ ਸਿੰਘ ਵਰਗੀਆਂ ਜਿਹੜੀਆਂ ਚੱਲੀਆਂ ਨੇ ਕੈਂਪੇਨ ਚੱਲੀਆਂ ਨੇ ਸੋ ਜਾਂ ਅਪਾਇੰਟਮੈਂਟਸ ਹੋਈਆਂ ਨੇ ਉਹਨਾਂ ਦੇ ਬੱਚਿਆਂ ਦੀਆਂ ਜਾਂ ਉਹਨਾਂ ਨੂੰ ਘਰੇ ਗਾਜੇ ਬਾਜੇ ਨਾਲ ਛੱਡ ਕੇ ਆਇਆ ਗਿਆ। ਸੋ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਕਿ ਇਹਨੂੰ ਐਕਸਪੀਡੀਅਸਲੀ ਜਿਹੜਾ ਹੈਗਾ ਇਹਨੂੰ ਡਿਸਾਈਡ ਕਰੇ ਹਾਈ ਕੋਰਟ। ਹਾਈ ਕੋਰਟ ਦੇ ਵਿੱਚ ਤਰੀਕ ਜਿਹੜੀ ਹੈਗੀ ਆ ਕਰੋਨਾ ਲੋਕਡਾਊਨ ਕਰਕੇ ਜਿਹੜੀ ਹੈਗੀ ਆ ਉਹ ਡਿਲੇ ਹੋ ਗਈ ਤੇ ਹੁਣ ਕੱਲ ਮੁਹੰਮਦ ਮੁਸਤਫਾ ਹਾਲੇ ਹਾਈ ਕੋਰਟ ਗਏ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਇਹਦਾ ਟ੍ਰਾਇਲ ਜਿਹੜਾ ਛੇਤੀ ਸ਼ੁਰੂ ਕਰਾਇਆ ਜਾਏ। ਤਾਂ ਹਾਈ ਕੋਰਟ ਨੇ ਫਿਰ ਇਸ ਤੇ ਹੁਣ 2 ਜੁਲਾਈ ਜਿਹੜੀ ਆ ਰਹੀ ਹੈ ਅਗਲੇ ਹਫਤੇ, ਉਸ ਦਿਨ ਇਹਦੇ ਤੇ ਅਹਿਮ ਸੁਣਵਾਈ ਕਰਨੀ ਹੈ ਕਿਉਂਕਿ ਸੁਪਰੀਮ ਕੋਰਟ ਦੇ ਕਲੀਅਰ ਕੱਟ ਆਰਡਰ ਨੇ ਕਿ ਐਕਸਪੀਡੀਅਸਲੀ ਜਿਹੜਾ ਹੈਗਾ ਇਸ ਨੂੰ ਇਹ ਚੀਜ਼ਾਂ ਇਸ ਕਰਕੇ ਜ਼ਰੂਰੀ ਨੇ ਵਿੰਨੀ ਮਹਾਜਨ ਦੇ ਕੇਸ 'ਚ ਜ਼ਿਕਰ ਕਰਨੀਆਂ ਕਿ ਹੋ ਸਕਦਾ ਹੈ ਕਿ ਵਿੰਨੀ ਮਹਾਜਨ ਦੀ ਜਿਹੜੀ ਅਪਾਇੰਟਮੈਂਟ ਆ ਉਹ ਵੀ ਇਸ ਤਰ੍ਹਾਂ ਦੇ ਅਦਾਲਤੀ ਘੇਰੇ ਦਾ ਜਿਹੜਾ ਹੈਗਾ ਹੁਣ ਹਿੱਸਾ ਬਣ ਜਾਏ ਅੱਗੇ ਜਾ ਕੇ, ਜਿਸ ਚੀਜ਼ ਤੇ ਮੈਂ ਆਵਾਂਗਾ ਅੱਗੇ ਜਾ ਕੇ। ਸੋ ਕਿਉਂਕਿ ਜਿਹੜਾ ਸੇਵਾ ਨਿਯਮ ਨੇ ਉਹਨਾਂ ਮੁਤਾਬਕ DGP ਦੀ ਅਪਾਇੰਟਮੈਂਟ ਜਿਹੜੀ ਹੈ ਉਸ ਵਾਸਤੇ ਸਭ ਤੋਂ ਵੱਡੀ ਇੱਕ ਸ਼ਰਤ ਇਹ ਹੈ ਕਿ ਜਿਸ IPS ਆਫੀਸਰ ਨੂੰ DGP ਦੇ ਅਹੁਦੇ ਤੇ ਤਾਇਨਾਤ ਕਰਨਾ ਹੈ, ਪੁਲਿਸ ਮੁਖੀ ਸਟੇਟ ਪੁਲਿਸ ਮੁਖੀ ਦੇ ਅਹੁਦੇ ਤੇ, ਤਾਂ ਉਹਦੀ ਜੋ ਸੇਵਾ ਮੁਕਤੀ ਹੈ ਉਹਦੀ ਰਿਟਾਇਰਮੈਂਟ ਹੈ ਉਹਦੇ 'ਚ ਘੱਟੋ ਘੱਟ 6 ਮਹੀਨੇ ਦਾ ਸਮਾਂ ਜ਼ਰੂਰ ਹੋਣਾ ਚਾਹੀਦਾ। ਬਿਲਕੁਲ। ਮੁਹੰਮਦ ਮੁਸਤਫਾ ਜੋ ਕਿ ਮੁੱਖ ਪਟੀਸ਼ਨਰ ਨੇ, ਮੁੱਖ ਚੁਣੌਤੀਕਾਰ ਨੇ DGP ਦਿਨਕਰ ਗੁਪਤਾ ਦੀ ਜੋ ਨਿਯੁਕਤੀ ਸੀਗੀ ਉਸ ਕੇਸ ਦੇ ਵਿੱਚ, ਤਾਂ ਉਹ 31 ਅਗਸਤ ਤੱਕ ਹੀ ਉਹਨਾਂ ਤੇ ਐਪਲੀਕੇਬਲ ਹੁੰਦੀ ਹੈ ਕਿਉਂਕਿ ਫਰਵਰੀ 'ਚ ਜਾ ਕੇ 6 ਮਹੀਨੇ ਬਾਅਦ ਉਹਨਾਂ ਦੀ ਰਿਟਾਇਰਮੈਂਟ ਹੈ। ਸੋ ਜੇ ਉਹਨਾਂ ਦਾ ਇਹ ਕਹਿਣਾ, ਉਹਨਾਂ ਦਾ ਤਰਕ ਹੈ ਵੀ ਮੇਰੇ ਵਾਸਤੇ ਤੇ ਇਹੀ 2 ਮਹੀਨੇ ਰਹਿ ਗਏ, ਜੁਲਾਈ ਤੇ ਅਗਸਤ ਮਹੀਨਾ, ਇਹਨਾਂ ਦਿਨਾਂ 'ਚ ਮੇਰੇ ਹੱਕ 'ਚ ਜਾਂ ਮੇਰੇ ਖਿਲਾਫ ਫੈਸਲਾ ਆਉਂਦਾ ਤਾਂ ਮੇਰੇ ਮਾਮਲੇ 'ਚ ਤਾਂ ਫੈਸਲਾ ਉਦੋਂ ਹੀ ਵਰਤ ਕਰਦਾ ਹੈ। ਸੋ ਇਸ ਕਰਕੇ ਉਮੀਦ ਹੈ ਕਿ ਜਿਵੇਂ ਸੁਪਰੀਮ ਕੋਰਟ ਨੇ ਵੀ ਜਿਹੜੀ ਹੈਗੀ ਹੈ ਹਦਾਇਤ ਕੀਤੀ ਹੋਈ ਹੈ ਕਿ ਤੇਜ਼ੀ ਨਾਲ ਜਿਹੜਾ ਹੈਗਾ ਇਸ ਤੇ ਫੈਸਲਾ ਕਰਨਾ ਹੈ ਇਹਨਾਂ 2 ਮਹੀਨਿਆਂ। ਪਰ ਗੱਲ ਪਤਾ ਕੀ ਹੈ, ਮੈਂ ਤੁਹਾਡੀ ਨਾ ਇਸੇ ਗੱਲ ਦੀ ਥੋੜੀ ਜਿਹੀ ਕਰੈਕਸ਼ਨ ਕਰਦਾ ਕਿ ਕਈ ਚੀਜ਼ਾਂ ਤੁਹਾਡੇ ਪਰਿਵਾਰ ਨਾਲ ਹੋਈਆਂ ਹੁੰਦੀਆਂ ਤੇ ਤੁਹਾਨੂੰ ਉਹਨਾਂ ਚੀਜ਼ਾਂ ਦਾ ਪਤਾ ਹੁੰਦਾ ਹੈ। ਤੁਹਾਨੂੰ ਯਾਦ ਹੋਏਗਾ ਸਰਦਾਰ ਭਗਵਾਨ ਸਿੰਘ ਦਾਨੇਵਾਲੀਆ ਉਦੋਂ ਪੁਲਿਸ ਮੁਖੀ ਸਨ ਐਜ਼ IG। ਉਦੋਂ ਕ੍ਰੀਏਟ ਕੀਤਾ ਗਿਆ ਸੀ, ਉਹਨਾਂ ਨੇ ਜਦੋਂ ਸਵੈ ਇੱਛਕ ਰਿਟਾਇਰਮੈਂਟ ਲੈ ਲਈ ਸੀਗੀ, ਤੁਹਾਨੂੰ ਪਤਾ ਸੀਗਾ ਜੋ ਹਾਲਾਤ ਬਣੇ, ਤੇ ਉਦੋਂ DGP ਦਾ ਅਹੁਦਾ ਕ੍ਰੀਏਟ ਹੋ ਗਿਆ ਸੀ। ਉਹਨਾਂ ਨੇ ਉਸੇ ਵਕਤ ਕੇਸ ਪਾਤਾ ਸੀਗਾ ਕਿ ਮੇਰੀ ਜਿਹੜੀ ਰਿਟਾਇਰਮੈਂਟ ਆ ਉਹ ਐਜ਼ DGP ਕੀਤੀ ਜਾਵੇ ਕਿਉਂਕਿ ਆਲਰੇਡੀ ਜਦੋਂ DGP ਦਾ ਅਹੁਦਾ ਕ੍ਰੀਏਟ ਹੋ ਗਿਆ ਸੀਗਾ ਤੇ ਮੈਨੂੰ ਇਹ ਨਹੀਂ ਦਿੱਤਾ ਗਿਆ। ਕੈਨ ਯੂ ਬਲੀਵ ਇਟ ਕਿ ਉਹਨਾਂ ਦੀ ਡੈਥ ਹੋਈ ਨੂੰ ਵੀ ਕਿੰਨੇ ਸਾਲ ਹੋ ਗਏ ਤੇ ਫੈਸਲਾ ਲਾਸਟ ਈਅਰ ਆਇਆ। ਸੋ ਅਦਾਲਤਾਂ ਦੇ ਫੈਸਲੇ ਵੀ ਉਦੋਂ ਹੀ ਜਿਹੜੇ ਨੇ ਅਰਥ ਰੱਖਦੇ ਨੇ ਜਦੋਂ ਸਮਾਂ ਰਹਿੰਦੇ ਆਣ। ਜਿਵੇਂ ਕਿ ਬੜੀ ਸੋਹਣੀ ਕਵੀ ਨੇ ਵੀ ਇਸ ਬਾਰੇ ਕਿਹਾ ਹੋਇਆ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਨੇ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਸੋ ਚਲੋ ਇੱਕ ਵੇਰਵਾ ਆਇਆ, ਆਪਾਂ ਤੱਥਾਂ ਤੇ ਗੱਲ ਕਰਦੇ ਹਾਂ। ਸੋ ਇਹ ਕੁੱਲ ਮਿਲਾ ਕੇ ਅੱਛਾ, ਜਦੋਂ ਮੁਹੰਮਦ ਮੁਸਤਫਾ ਦੀ ਅਪਾਇੰਟਮੈਂਟ ਦੀ ਗੱਲ ਤੁਰੀ ਸੀ ਕਿਉਂਕਿ ਸੀਨੀਅਰ ਮੋਸਟ ਸੀਗੇ ਜਦੋਂ ਪੈਨਲ DGP ਦਾ ਗਿਆ ਸੀ, ਉਦੋਂ ਇੱਕ ਤਰਕ ਜਿਹੜਾ ਹੈਗਾ ਅਨਅਫੀਸ਼ੀਅਲੀ ਇਹ ਦਿੱਤਾ ਗਿਆ ਸੀ ਕਿ ਕਿਉਂਕਿ ਰਜੀਆ ਸੁਲਤਾਨਾ ਜਿਹੜੇ ਨੇ ਉਹ ਕੈਬਨਿਟ ਮੰਤਰੀ ਨੇ
ਸੋ ਇੱਕ ਪਰਿਵਾਰ ਦੇ ਵਿੱਚ ਹੀ ਜਿਹੜਾ ਹੈਗਾ ਕੈਬਨਿਟ ਮੰਤਰੀ ਹੋਵੇ ਤੇ ਇੱਕੋ ਪਰਿਵਾਰ ਚੋਂ ਪੁਲਿਸ ਮੁਖੀ ਲਾ ਦਿੱਤਾ ਜਾਵੇ ਤਾਂ ਏਦਾਂ ਲੱਗਦਾ ਜਿਵੇਂ ਅੱਧੀ ਸਰਕਾਰ ਇੱਕ ਪਰਿਵਾਰ ਅੱਧੀ ਸਰਕਾਰ, ਇਹ ਤਾਂ ਪੂਰੀ ਸਰਕਾਰ ਆ ਗਈ। ਹਾਲਾਂਕਿ ਰਜ਼ੀਆ ਸੁਲਤਾਨਾ ਜਿਹੜੇ ਨੇ ਉਹ ਇਲੈਕਟਡ ਨੇ ਤੇ ਮੁਹੰਮਦ ਮੁਸਤਫਾ ਅਪੁਆਇੰਟਡ ਨੇ ਜੀ। ਦੋਨਾਂ 'ਚ ਫਰਕ ਹੈ, ਇੱਕ ਜਨਾਦੇਸ਼ ਹੈ ਤੇ ਇੱਕ ਜਿਹੜਾ ਹੈਗਾ ਐਡਮਿਨਿਸਟ੍ਰੇਟਿਵ ਜਿਹੜਾ ਡਿਸੀਜਨ ਹੈ ਅਪੁਆਇੰਟਮੈਂਟ ਦਾ। ਸੋ ਦੋਨਾਂ 'ਚ ਬਹੁਤ ਅੰਤਰ ਸੀਗਾ, ਮਤਲਬ ਕਿ ਕੋਈ ਆਪਾਂ ਉਹਨੂੰ, ਪਰ ਜਦੋਂ ਹੁਣ ਇੱਥੇ ਗੱਲ ਕਰਦੇ ਹਾਂ ਆਪਾਂ, ਇੱਥੇ ਤੇ ਸਰਕਾਰ ਸਾਰੀ ਦੀ ਕਹਿਣਾ ਤੁਹਾਡੇ ਆ ਗਈ, ਇੱਕ ਪਾਸੇ ਆ ਗਈ ਹੈ। ਹੁਣ ਗੱਲ ਅਸੀਂ ਕਰਦੇ ਹਾਂ ਵਿਨੀ ਮਹਾਜਨ ਵਾਲੇ ਕੇਸ ਦੇ ਵਿੱਚ। ਵਿਨੀ ਮਹਾਜਨ ਵਾਲੇ ਕੇਸ ਦੇ ਵਿੱਚ ਦੇਖੋ, ਸਭ ਤੋਂ ਪਹਿਲਾਂ ਤਾਂ ਸੀਨੀਅਰ ਮੋਸਟ ਜੋ ਈਵਨ ਨੋਡਲ ਅਫਸਰ ਵਜੋਂ ਕਰੋਨਾ ਕਾਲ ਦੇ ਵਿੱਚ ਜਿਨ੍ਹਾਂ ਨੇ ਬੜੇ ਫਰੰਟ ਰਨਰ ਹੋ ਕੇ ਡਿਊਟੀ ਨਿਭਾਈ ਹੈ, ਈਵਨ ਮੀਡੀਆ ਨਾਲ ਵੀ ਉਹ ਜਿਹੜਾ ਉਹਨਾਂ ਦਾ ਸੰਪਰਕ ਬਕਾਇਦਾ ਰਿਹਾ ਹੈ, ਕਰਨਵੀਰ ਸਿੰਘ ਸਿੱਧੂ, KBS ਸਿੱਧੂ ਜਿਹਨੂੰ ਆਪਾਂ ਕਹਿੰਦੇ ਆ, ਉਹ ਜਿਹੜੇ ਨੇ ਕਿਤੇ ਸੀਨੀਅਰ ਨੇ, 84 ਬੈਚ ਉਹਨਾਂ ਦਾ ਹੈ। ਤੇ ਉਸ ਤੋਂ ਬਾਅਦ ਵਿਸ਼ਵਜੀਤ ਖੰਨਾ ਵੀ ਲਾਈਨ 'ਚ ਸੀਗੇ। ਤੋ ਇਹਨਾਂ ਨੂੰ ਦੇਖੋ 6 ਜੂਨ ਨੂੰ ਤੁਹਾਨੂੰ ਯਾਦ ਹੋਏਗਾ ਜਿਹੜੀਆਂ ਬਦਲੀਆਂ ਕੀਤੀਆਂ IAS ਅਫਸਰਾਂ ਦੀਆਂ, ਤਾਂ ਇਹਨਾਂ ਨੂੰ ਜਿਹੜਾ ਹੈਗਾ ਮਾਲ ਵਿਭਾਗ ਦੇ ਜਿਹੜਾ ਵਿਸ਼ੇਸ਼ ਸਕੱਤਰ ਦਾ ਜਿਹੜਾ ਚਾਰਜ ਸੀਗਾ ਇਹਨਾਂ ਤੋਂ, ਕਰਨਵੀਰ ਸਿੰਘ ਸਿੱਧੂ ਤੋਂ, ਉਹ ਵਾਪਸ ਲੈ ਲਿਆ ਗਿਆ। ਤੇ ਇਸ ਤਰ੍ਹਾਂ ਹੀ ਜਿਹੜਾ ਹੈਗਾ ਐਵੇਂ ਹੀ ਵਿਸ਼ਵਜੀਤ ਖੰਨਾ ਉਹਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਨੂੰ ਵੀ ਜਿਹੜਾ ਇਹ ਵਧੀਕ ਮੁੱਖ ਸਕੱਤਰ ਮਾਲ ਤੇ ਮੁੜ ਵਸੇਬਾ ਬਣਾ ਦਿੱਤਾ ਗਿਆ। ਸੋ ਜਿਸ ਤੋਂ ਇਹ ਲੱਗਣ ਲੱਗ ਗਿਆ ਸੀ ਕਿ ਸ਼ਾਇਦ ਉਦੋਂ ਹੀ ਵੈਸੇ ਤਾਂ ਇਹ ਇਸ਼ਾਰਾ ਮਿਲ ਗਿਆ ਸੀ ਕਿ ਜੋ ਸੀਨੀਅਰ ਮੋਸਟ ਜਾਂ ਕਹਿ ਲਓ ਜਾਂ ਵੱਧ ਜਿਹੜੇ ਚਾਂਸ ਜਿਨ੍ਹਾਂ ਦੇ ਸੀ ਕਿ ਜਿਹਨਾਂ ਨੂੰ ਲਿਆ ਜਾਏਗਾ ਐਜ਼ ਏ ਚੀਫ ਸੈਕਟਰੀ, ਸੋ ਇਹਨਾਂ ਦੀ ਬਦਲੀਆਂ ਜਿਹੜੀਆਂ ਨੇ ਉਹ ਤੋਂ ਇਸ਼ਾਰਾ ਮਿਲ ਗਿਆ ਸੀ ਕਿ ਇਹਨਾਂ ਦਾ ਪੱਤਾ ਕੱਟਿਆ ਗਿਆ ਹੈ। ਦੂਜੀ ਗੱਲ, ਕਰਨ ਅਵਤਾਰ ਸਿੰਘ ਦਾ ਸਮਾਂ ਵੀ ਹਾਲੇ 2 ਮਹੀਨੇ ਦਾ ਪਿਆ, 31 ਅਗਸਤ ਉਹਨਾਂ ਦੀ ਰਿਟਾਇਰਮੈਂਟ ਹੈ। ਪਰ ਪੰਜਾਬ ਦੀ ਕੈਬਨਿਟ ਨੇ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ, ਦੇਖੋ ਦਿਨਕਰ ਗੁਪਤਾ ਤੇ ਵਿਨੀ ਮਹਾਜਨ ਦੋਵੇਂ ਜੋ ਜੋੜਾ ਹੈ ਜੀ, ਇਹ ਇਸ ਵਕਤ ਤੁਹਾਨੂੰ ਪਤਾ ਹੀ ਹੈ ਕਿ ਜਦੋਂ DGP ਲੱਗੇ ਸੀ ਤਾਂ ਫੋਟੋ ਬੜੀ ਵਾਇਰਲ ਹੋਈ ਸੀ ਅਰੂਸਾ ਆਲਮ ਦੇ ਨਾਲ, ਦੋਵੇਂ ਪਤੀ ਪਤਨੀ ਬੈਠੇ ਨੇ। ਸੋ ਆਪਾਂ ਨੂੰ ਰੂਟ ਪਤਾ ਲੱਗਦਾ ਹੈ ਕਿ ਕਿਹੜੇ ਰੂਟ ਤੋਂ ਉੱਤੋਂ ਸਿਫਾਰਿਸ਼ ਗਈ ਹੈ ਜੀ। ਸੋ ਇਹ ਇੱਕ ਤਰ੍ਹਾਂ ਨਾਲ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰ ਲਈਏ ਆਪਾਂ, ਜਾਂ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਲਈਏ, ਜਾਂ ਫਿਰ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰ ਲਈਏ, ਜਾਂ ਹੋਰ ਕੈਬਨਿਟ ਮੰਤਰੀ ਜਿਨ੍ਹਾਂ ਨੇ ਪਿੱਛੇ ਜਦੋਂ ਕੈਬਨਿਟ ਮੀਟਿੰਗ ਹੋਈ ਤਾਂ ਉਹ ਪੰਜਾਬ ਭਵਨ 'ਚ ਬੈਠੇ ਸੀ ਤੇ ਕਰਨ ਅਵਤਾਰ ਸਿੰਘ ਚੀਫ ਸੈਕਟਰੀ ਜਿਹੜੇ ਸੀ ਉਹ ਆਪਣੇ ਦਫ਼ਤਰ ਤੋਂ ਜਿਹੜਾ ਹੈਗਾ ਵਰਚੁਅਲੀ ਜਿਹੜਾ ਹੈਗਾ ਉਹਨਾਂ ਨਾਲ ਜੁੜੇ ਹੋਏ ਸੀ, ਆਨਲਾਈਨ ਵੀਡੀਓ ਕਾਨਫਰੰਸਿੰਗ ਰਾਹੀਂ। ਤਾਂ ਉਹਨਾਂ ਨੇ ਬੜਾ ਗੁੱਸਾ ਕੀਤਾ ਕਿ ਅਸੀਂ ਮੰਤਰੀ ਬੈਠੇ ਨੇ ਪੰਜਾਬ ਭਵਨ 'ਚ ਤੇ ਇਹ ਆਨਲਾਈਨ ਨੇ, ਤੇ ਉਹਨਾਂ ਨੂੰ ਆਉਣਾ ਪਿਆ ਤੇ ਉੱਥੇ ਫਿਰ ਤਲਖ ਕਲਾਮੀ ਹੋਈ ਇਹਨਾਂ 'ਚ। ਫਿਰ ਪੰਜਾਬ ਕੈਬਨਿਟ ਨੇ ਮਤਾ ਪਾਇਆ ਕਿ ਜਿਸ ਮੀਟਿੰਗ ਦੇ ਵਿੱਚ ਕਰਨ ਅਵਤਾਰ ਸਿੰਘ ਆਏਗਾ ਉਸ ਮੀਟਿੰਗ 'ਚ ਅਸੀਂ ਨਹੀਂ ਆਵਾਂਗੇ। ਹਾਲਾਂਕਿ ਮੁੜ ਕੇ ਮਨਪ੍ਰੀਤ ਫਿਰ ਇੱਕ ਵਾਰੀ ਮੀਟਿੰਗ ਕਰਦੇ ਦੇਖੇ ਗਏ ਆਪਣਾ ਹੀ ਮਤਾ ਭੁੱਲ ਕੇ। ਪਰ ਜਿਹੜਾ ਇਹ ਕਰਨ ਅਵਤਾਰ ਸਿੰਘ ਨੂੰ ਇੱਥੋਂ ਪਾਸੇ ਕਰਨਾ, ਰਿਟਾਇਰਮੈਂਟ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਕਾਰਜਕਾਲ ਜਿਹੜਾ ਹੈਗਾ ਇੱਕ ਸੁਨਹਿਰੀ ਅੱਖਰਾਂ 'ਚ ਜਾ ਰਿਹਾ ਸੀਗਾ, ਤੇ ਉਹਨੂੰ ਜਿਹੜਾ ਦਾਗੀ ਕਰਨਾ, ਤੇ ਖਾਸ ਕਰ ਫਿਰ ਕਰਨ ਅਵਤਾਰ ਸਿੰਘ ਦੀ ਜਾਇਦਾਦਾਂ ਦੇ ਜਿਹੜੇ ਵੇਰਵੇ ਫਿਰ ਆਏ ਬਾਹਰ ਸਾਹਮਣੇ ਨਿਕਲ ਕੇ, ਉਹ ਵੇਰਵੇ ਜਿਹੜੇ ਸੀਗੇ, ਸੋ ਉਹ ਕੁੱਲ ਮਿਲਾ ਕੇ ਤਾਂ ਇੱਕ ਤਰ੍ਹਾਂ ਨਾਲ ਪੰਜਾਬ ਦੀ ਕੈਬਨਿਟ ਨੇ ਹੀ ਜਿਹੜਾ ਹੈਗਾ ਕੈਪਟਨ ਕੈਂਪ ਨੂੰ ਮੌਕਾ ਦੇ ਦਿੱਤਾ ਕਿ ਕਰਨ ਅਵਤਾਰ ਸਿੰਘ ਨੂੰ ਲਾਂਭੇ ਕਰਕੇ ਇੱਕ ਹੋਰ ਕੈਪਟਨ ਕੈਂਪ ਨਾਲ ਸੰਬੰਧਿਤ ਮੰਨੀ ਜਾਂਦੀ ਅਫਸਰ ਜਿਹੜੀ ਵਿਨੀ ਮਹਾਜਨ ਹੈ ਉਹਨਾਂ ਨੂੰ ਜਿਹੜਾ ਹੈਗਾ ਨਿਯੁਕਤੀ ਦਿੱਤੀ ਜਾਏ। ਤੇ ਇਹ ਜੋ ਕੁੱਲ ਮਿਲਾ ਕੇ ਅੱਜ ਜਿਹੜੀ ਪ੍ਰਸ਼ਾਸਨਿਕ ਦੀ ਸਰਵਉੱਚ ਜਿਹੜੀ ਅਹੁਦਾ ਜਿਹੜਾ ਹੈਗਾ ਪੰਜਾਬ ਦਾ ਜਾਂ ਸਟੇਟ ਦਾ ਹੁੰਦਾ, ਉਹਦੇ 'ਚ ਅੱਜ ਇਹ ਵੱਡੀ ਡਿਵੈਲਪਮੈਂਟ ਹੋਈ ਹੈ ਜੀ। ਸੋ ਜੇਕਰ ਆਪਾਂ ਗੱਲ ਆਖੀਏ ਥਿੰਕ ਟੈਂਕ, ਇਸ ਅਪਾਇੰਟਮੈਂਟ ਨੂੰ ਜੇਕਰ ਹੁਣ ਅਪਾਰਟ ਫਰਮ ਦਿਸ ਅਸੀਂ ਡਿਸਕਸ ਕਰ ਲਿਆ, ਕਿਉਂਕਿ ਅਸੀਂ ਆਪਣੇ ਨਜ਼ਰੀਏ ਤੋਂ ਬਾਹਰ ਦੇਖੀਏ ਤਾਂ ਥਿੰਕ ਟੈਂਕ ਜਿਹੜੇ ਨੇ ਪੋਲੀਟੀਕਲ ਸਿਨੈਰੀਓ ਨੂੰ ਜੋ ਵਾਚ ਕਰਦੇ ਨੇ, ਉਹ ਇਹਨੂੰ ਕਿਸ ਨਜ਼ਰੀਏ ਨਾਲ ਲੈ ਕੇ ਦੇਖਦੇ ਨੇ? ਦੇਖੋ ਬੇਸਿਕਲੀ ਤਾਂ ਪ੍ਰਸ਼ਾਸਨਿਕ ਹੀ ਹੈ ਸਾਰਾ ਕੁਝ ਜੀ। ਥਿੰਕ ਟੈਂਕ ਇਸ ਚੀਜ਼ ਨੂੰ ਕੋਈ ਜ਼ਿਆਦਾ ਕੋਈ ਇਸ 'ਚ, ਕਿਉਂਕਿ ਕੈਪਟਨ ਕੈਂਪ ਪ੍ਰਸ਼ਾਸਨਿਕ ਤੌਰ ਤੇ ਵੀ 2 ਧਿਰਾਂ 'ਚ ਵੰਡਿਆ ਹੋਇਆ ਹੈ। ਸੁਰੇਸ਼ ਕੁਮਾਰ ਜਿਹੜੇ ਨੇ ਤੇ ਜਿਹੜੇ ਅਨਅਫੀਸ਼ੀਅਲ ਜਿਹੜੇ ਨੇ ਸਾਰਾ ਐਗਜ਼ੀਕਿਊਟ ਕਰਦੇ ਨੇ ਪਾਵਰਸ ਜਿਹੜੀਆਂ ਨੇ ਚੀਫ ਮਿਨਿਸਟਰ ਦੀਆਂ, ਤੇ ਦੂਜਾ ਜਿਹੜਾ ਆਫੀਸ਼ੀਅਲੀ ਜਿਹੜਾ ਚੀਫ ਸੈਕਟਰੀ ਹੁੰਦਾ, ਜੋ ਕਿ ਪਹਿਲਾਂ ਦਾ ਕਰਨ ਅਵਤਾਰ ਸਿੰਘ ਸੀਗੇ, ਜਿਹੜੇ ਅਧਿਕਾਰਤ ਸਿਗਨੇਟਰੀ ਨੇ, ਜਿਹੜੇ ਆਫੀਸ਼ੀਅਲ ਸਿਗਨੇਟਰੀ ਜਿਹਨਾਂ ਨੂੰ ਆਪਾਂ ਕਹਿੰਦੇ ਆ, ਤੇ ਹੁਣ ਉਹ ਵਿਨੀ ਮਹਾਜਨ ਆ ਗਏ ਨੇ। ਪਰ ਜਿਸ ਤਰ੍ਹਾਂ ਸਟੇਟ ਹੁਣ ਇਲੈਕਸ਼ਨ ਈਅਰ 'ਚ ਜਾਣ ਲੱਗ ਰਹੀ ਹੈ, ਤੇ ਖਾਸ ਕਰ ਕੈਪਟਨ ਖੇਮੇ ਨੂੰ ਜਿਹੜਾ ਹੈਗਾ ਕਾਫੀ ਚੀਜ਼ਾਂ ਹੁਣ ਦੇਖ ਕੇ ਚੱਲਣੀਆਂ ਪੈ ਰਹੀਆਂ ਨੇ। ਖਾਸ ਕਰ ਸਰ ਪਾਰਟੀ ਮੀਟਿੰਗ ਤੋਂ ਬਾਅਦ ਜਿਹੜੀ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਹੋਈ ਆ, ਮਤਾ ਪਿਆ ਹੈ ਕਿ ਇਹਦੇ 'ਚ
ਅੰਦੋਲਨ ਛੇੜਿਆ ਜਾਏਗਾ। ਤੇ ਇਸ ਸੰਬੰਧ ਵਿੱਚ ਜਿਹੜਾ ਕਿਸਾਨ ਜਥੇਬੰਦੀਆਂ ਨੇ ਅਗਲੇ ਹਫ਼ਤੇ ਜਿਹੜਾ ਹੈਗਾ ਵੱਡਾ ਇਕੱਠ ਵੀ ਸੱਦ ਲਿਆ ਤੇ ਸੰਘਰਸ਼ ਐਲਾਨਣ ਜਾ ਰਹੇ ਨੇ, ਜਿਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਕਿ ਕੈਪਟਨ ਕੈਂਪ ਇਸ ਵੇਲੇ ਇਸ ਤਾਕ 'ਚ ਹੈ ਕਿ ਕਿਸੇ ਤਰ੍ਹਾਂ ਇਹ ਆਰਡੀਨੈਂਸ ਜਿਹੜੇ ਹੈਗੇ ਨੇ ਪੰਜਾਬ ਵਿੱਚ ਵੱਡਾ ਮੁੱਦਾ ਬਣ ਜਾਣ, ਕਿਉਂਕਿ ਅਕਾਲੀ ਦਲ ਜਿਹੜਾ ਹੈਗਾ ਦੁਰਾਹੇ ਤੇ ਖੜਾ ਇਸ ਮਾਮਲੇ 'ਚ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ, ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਹੈ, ਤੇ ਤੀਜੇ ਪਾਸੇ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਕਿਸਾਨਾਂ ਦੇ ਹਿੱਤ ਨੇ, ਪੰਜਾਬ ਦੇ ਆੜ੍ਹਤੀਆਂ ਦੇ ਹਿੱਤ ਨੇ। ਸੋ ਇਕੱਲੇ ਹੁਣ ਇਸ ਵਾਰ ਜਿਹੜਾ ਹੈਗਾ ਕਿਸਾਨ ਭਾਈਚਾਰਾ ਨਹੀਂ ਸਫਰ ਕਰ ਰਿਹਾ, ਹੁਣ ਜਿਹੜਾ ਟਰੇਡਰ ਭਾਈਚਾਰਾ ਵੀ ਸਫਰ ਕਰ ਰਿਹਾ ਹੈ। ਸੋ ਇੱਥੇ ਜਿਹੜਾ ਅਕਾਲੀ ਦਲ ਦੀ ਵੀਕਨੈਸ ਜਿਹੜੀ ਹੈਗੀ ਹੈ, ਕੈਪਟਨ ਕੈਂਪ ਇਸ ਵਕਤ ਪੂਰੀ ਤਾਕ 'ਚ ਹੈ ਕਿ ਇਹਦਾ ਲਾਹਾ ਲਿਆ ਜਾਏ। ਸੋ ਅਜਿਹੇ 'ਚ ਇੱਕ ਕਾਬਲ ਪੁਲਿਸ ਅਫਸਰ ਤਾਂ ਚਲੋ ਇਹਨਾਂ ਦੇ ਹੈ ਹੀ ਨੇ, ਤੇ ਇਸ ਅਜਿਹੇ 'ਚ ਜਿਹੜਾ ਚੀਫ ਸੈਕਟਰੀ ਹੈ ਉਹਦਾ ਇਸ ਪੱਖੋਂ ਰੋਲ ਅਹਿਮ ਹੋ ਜਾਂਦਾ ਹੈ ਕਿ ਚੀਫ ਮਿਨਿਸਟਰ ਕੈਂਪ ਜਿਹੜਾ ਹੈਗਾ ਆ, ਖਾਸ ਕਰ ਚੀਫ ਮਿਨਿਸਟਰ ਨੇ, ਉਹ ਆਪਣੀ ਸਿਆਸੀ ਲੜਾਈ ਦੇ ਉੱਤੇ ਫੋਕਸ ਕਰ ਸਕਣ। ਸੋ ਉਸ ਨਜ਼ਰੀਏ ਤੋਂ ਜਿਹੜਾ ਕਾਫੀ ਉਹਨਾਂ ਨੇ ਆਪਣੇ ਮੁਤਾਬਕ ਕਾਫੀ ਸੁਖਾਵਾਂ ਫੈਸਲਾ ਲਿਆ ਹੈ, ਕਾਫੀ ਸੂਟੇਬਲ ਫੈਸਲਾ ਲਿਆ ਹੈ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਿਉਂਕਿ ਸਾਰੀਆਂ ਪਾਵਰਸ ਜਿਹੜੀਆਂ ਨੇ, ਸਾਰੇ ਫੈਸਲੇ ਜਿਹੜੇ ਨੇ ਮੁੱਖ ਮੰਤਰੀ ਦੇ, ਉਹ ਐਗਜ਼ੀਕਿਊਟ ਤਾਂ ਜਿਹੜੇ ਨੇ ਉਹਨੇ ਚੀਫ ਸੈਕਟਰੀ ਨੇ ਕਰਨੇ ਨੇ। ਸੋ ਇਸ ਕਰਕੇ ਉਹ ਚੀਫ ਸੈਕਟਰੀ ਦਾ ਉਹਦਾ ਬਹੁਤ ਅਹਿਮ ਅਹੁਦਾ ਹੈ, ਜਿਸ ਕਰਕੇ ਇਹਨਾਂ ਨੂੰ ਇਹ ਬੜਾ ਜ਼ਰੂਰੀ ਸੀ ਕਿ ਕਿਹੜੇ ਅਫਸਰ ਨੂੰ ਲਾਇਆ ਜਾਏ, ਕਿਉਂਕਿ ਇਹ ਅੱਜ ਫੈਸਲਾ ਲੈ ਲਿਆ ਤਾਂ ਠੀਕ ਹੈ, ਅੱਜ ਨਹੀਂ ਤਾਂ ਫਿਰ 1 ਸਤੰਬਰ ਨੂੰ ਫੈਸਲਾ ਲੈਣਾ ਹੀ ਪੈਣਾ ਸੀ ਬਿਲਕੁਲ ਕਿਸੇ ਨਾ ਕਿਸੇ ਤਰ੍ਹਾਂ। ਸੋ ਸਮਾਂ ਰਹਿੰਦਿਆਂ ਲੈ ਲਿਆ, ਕਿਉਂਕਿ ਦੇਖੋ ਇਹ ਇਸ ਤਰ੍ਹਾਂ ਦਾ ਫੈਸਲਾ ਨਹੀਂ ਹੈ ਕਿ ਜਿਹਦੇ ਤੇ ਆਮ ਲੋਕ ਸੜਕਾਂ ਤੇ ਉਤਰ ਆਣਗੇ। ਬਿਲਕੁਲ ਆਮ ਲੋਕਾਂ ਨੂੰ ਅੰਦਰ ਦੀਆਂ ਗੱਲਾਂ ਨੇ, ਅੰਦਰ ਵਿਰੋਧ ਹੋਣੇ ਨੇ। ਹੋ ਸਕਦਾ ਹੈ ਕਿ ਜਿਵੇਂ ਚਟੋਪਾਧਿਆਏ ਤੇ ਮੁਸਤਫਾ ਕੋਰਟ 'ਚ ਗਏ ਸੀ, ਇਸ ਮਾਮਲੇ 'ਚ ਵੀ ਸ਼ਾਇਦ ਕੋਈ ਸੀਨੀਅਰ ਅਫਸਰ ਜਿਹੜਾ ਹੈਗਾ ਕੋਰਟ 'ਚ ਚਲਾ ਜਾਏ। ਮੈਨੂੰ ਥੋੜੀ ਜਿਹੀ ਸੋਸ਼ਲ ਮੀਡੀਆ ਤੋਂ ਹਵਾ ਜਿਹੜੀ ਹੈ ਨਾ, ਨੱਕ ਨੂੰ ਸੁੰਘਣ ਦੀ ਸ਼ਕਤੀ ਜੀ ਆਪਣੀ ਤਾਕਤਵਰ ਹੁੰਦੀ ਹੈ ਇੰਨੀ ਕੁ, ਤਾਂ ਉਹ ਆ ਰਹੀਆਂ ਨੇ। ਜੀ ਤੋ ਉਸ ਪਾਸੇ ਜਾ ਸਕਦੀ ਹੈ, ਪਰ ਜਾਂਦੇ ਜਾਂਦੇ ਵੀ ਸਾਲ 2 ਸਾਲ ਤਾਂ ਆਰਾਮ ਨਾਲ ਨਿਕਲ ਜਾਂਦਾ। ਡੀਜੀਪੀ ਸਾਹਿਬ ਵੀ 2 ਸਾਲ ਹੋਣ ਨੂੰ ਆਏ ਨੇ ਜਦੋਂ ਦੇ ਨਿਕਲੇ ਹੋਏ ਨੇ। ਇਹ ਵੀ ਕੋਈ ਇਹ ਨਹੀਂ ਕਿ ਵੀ ਇੱਕਦਮ ਸਰਕਾਰ, ਕਿਉਂਕਿ ਦੇਖੋ ਦੂਜੇ ਪਾਸੇ ਕੇਸ ਲੜਨ ਵਾਸਤੇ ਨੰਦਾ ਕੈਂਪ ਹੈ, ਐਡਵੋਕੇਟ ਨੰਦਾ ਜੀ ਪੰਜਾਬ, ਤੇ ਉਹ ਕਿਹੜੇ ਕੈਂਪ ਤੋਂ ਨੇ ਉਹ ਵੀ ਚੰਗੀ ਤਰ੍ਹਾਂ ਪਤਾ ਹੈ। ਸੋ ਸਾਰੀਆਂ ਚੀਜ਼ਾਂ ਇੰਟਰ ਰਿਲੇਟਡ ਨੇ। ਤੇ ਜੇਕਰ ਕੈਪਟਨ ਕੈਂਪ ਦੀ ਜਾਂ ਮੁੱਖ ਮੰਤਰੀ ਕੈਂਪ ਦੀ ਅਗਰ ਜਾਂ ਮੁੱਖ ਮੰਤਰੀ ਹਾਊਸ ਦੀ ਗੱਲ, CMO ਦੀ ਗੱਲ ਕੀਤੀ ਜਾਏ, ਤਾਂ ਫੈਸਲਾ ਕਾਫੀ ਸੂਝ-ਬੂਝ ਨਾਲ ਲਿਆ ਗਿਆ ਫੈਸਲਾ ਉਹਨਾਂ ਦਾ। ਜੀ ਸੋ ਇਹਦੇ ਵਿੱਚ ਕੇਂਦਰ ਦਾ ਵੀ ਰੋਲ ਜਿਹੜਾ ਹੈਗਾ, ਆਪਾਂ ਕਹਿ ਸਕਦੇ ਹਾਂ ਕਿ ਹੋਊਗਾ ਕਿਤੇ ਨਾ ਕਿਤੇ, ਉੱਥੋਂ ਵੀ ਜਿਹੜੀਆਂ ਤਾਰਾਂ ਜੁੜਦੀਆਂ ਨੇ। ਕੇਂਦਰ ਦਾ ਹੋਏਗਾ ਜਾਂ ਨਾਗਪੁਰ ਦਾ ਹੋਏਗਾ ਜੀ, ਗੱਲ ਤਾਂ ਇੱਕੋ ਹੈ ਜੀ। ਆਪਾਂ ਕਹਿਣ ਤੋਂ ਭਾਵ ਤਾਂ ਉਹੀ ਆ ਗਿਆ ਨਾ। ਜੀ ਸੋ ਬਹੁਤ ਮਿਹਰਬਾਨੀ ਨੀਲ ਜੀ, ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਹੁਣ ਬ੍ਰੇਕ ਤੋਂ ਪਹਿਲਾਂ ਇੱਕ ਤੁਹਾਨੂੰ ਯੋਗਿੰਦਰ ਯਾਦਵ ਹੋਰਾਂ ਦਾ ਲੇਖ ਦਾ ਜਿਹੜਾ ਆਵਾਜ਼ ਗੁਰਜੀਤ ਦੀ, ਉਹ ਸੁਣਾਉਣੀ ਜੀ। 26 ਜੂਨ 1975 ਨੂੰ ਭਾਰਤੀ ਲੋਕਤੰਤਰ ਦੇ ਵਿੱਚ ਇੱਕ ਖਾਸ ਤਾਰੀਖ ਵਜੋਂ ਯਾਦ ਕੀਤਾ ਜਾਂਦਾ ਹੈ ਤੇ ਕੀਤਾ ਜਾਂਦਾ ਰਹੇਗਾ। ਲਗਭਗ ਸਾਰੇ ਅਖਬਾਰਾਂ ਦੇ ਸੰਪਾਦਕੀ ਪੰਨੇ ਇਸ ਤਾਰੀਖ ਨੂੰ ਯਾਦ ਕਰਦਿਆਂ ਭਰੇ ਪਏ ਨੇ। ਸੰਪਾਦਕਾਂ ਤੋਂ ਲੈ ਕੇ ਕਾਲਮ ਨਵੀਸਾਂ ਤੱਕ ਨੇ ਇਸ ਦਿਨ ਦੀ ਯਾਦ ਤਾਜ਼ਾ ਕੀਤੀ ਹੈ। ਸੋ 26 ਜੂਨ 1975 ਨੂੰ ਅਜਿਹਾ ਕੀ ਹੋਇਆ ਸੀ ਤੇ ਭਾਰਤੀ ਲੋਕਤੰਤਰ ਤੇ ਇਸ ਦੇ ਕੀ ਪ੍ਰਭਾਵ ਪਏ, ਯੋਗਿੰਦਰ ਯਾਦਵ ਹੋਰਾਂ ਦੀ ਕਲਮ ਤੋਂ ਸਾਂਝਾ ਕਰਦੇ ਹਾਂ। ਯੋਗਿੰਦਰ ਯਾਦਵ ਲਿਖਦੇ ਨੇ ਕਿ 26 ਜੂਨ 1975 ਨੂੰ ਜਦੋਂ ਭਾਰਤ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ ਤਾਂ ਉਹ ਸਿਰਫ 12 ਵਰ੍ਹਿਆਂ ਦੇ ਸਨ। ਉਹਨਾਂ ਦੇ ਪਿਤਾ ਜੀ ਸ਼੍ਰੀ ਗੰਗਾਨਗਰ ਦੇ ਮਸ਼ਹੂਰ ਖਾਲਸਾ ਕਾਲਜ ਦੇ ਉਸ ਵਕਤ ਪ੍ਰਿੰਸੀਪਲ ਸਨ। ਯੋਗਿੰਦਰ ਯਾਦਵ ਲਿਖਦੇ ਨੇ ਕਿ ਐਮਰਜੈਂਸੀ ਦੇ ਐਲਾਨ ਵਾਲੇ ਦਿਨ ਮੇਰੇ ਪਿਤਾ ਜੀ ਦੇ ਸ਼ੁਭਚਿੰਤਕ ਸਾਡੇ ਘਰ ਪੁੱਜੇ ਤੇ ਮੇਰੀ ਮਾਂ ਨੂੰ ਸਮਝਾਉਣ ਲੱਗੇ, ਭਾਬੀ ਜੀ ਇਹ ਤਾਂ ਸਾਧੂ ਆਦਮੀ ਨੇ, ਇਹਨਾਂ ਦਾ ਤਾਂ ਕੁਝ ਵਿਗੜਨਾ ਨਹੀਂ, ਪਰ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਕੀ ਬਣੂਗਾ। ਇੰਦਰਾ ਗਾਂਧੀ ਖਿਲਾਫ ਇਹਨਾਂ ਨੂੰ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਪੁਲਿਸ ਨੇ ਚੱਕ ਕੇ ਇਹਨਾਂ ਨੂੰ ਜੇਲ੍ਹ 'ਚ ਸੁੱਟ ਦੇਣਾ ਹੈ। ਹਾਲਾਤ ਉਦੋਂ ਇਹੋ ਜਿਹੇ ਸੀ ਕਿ ਲੋਕ ਦੱਬੀ ਜ਼ੁਬਾਨ 'ਚ ਗੱਲ ਕਰਦੇ ਸੀ ਤੇ ਬੋਲਣ ਤੋਂ ਪਹਿਲਾਂ ਇੱਧਰ-ਉੱਧਰ ਦੇਖ ਕੇ ਬੋਲਦੇ ਸੀ। ਅਖਬਾਰਾਂ ਵੀ ਇੰਦਰਾ ਗਾਂਧੀ ਦੀ ਸ਼ਲਾਘਾ ਨਾਲ ਭਰੀਆਂ ਰਹਿੰਦੀਆਂ ਸੀ ਤੇ ਰੇਡੀਓ ਤਾਂ ਹੈ ਹੀ ਸਰਕਾਰੀ ਸੀ। ਨਸਬੰਦੀ ਦੀ ਚਰਚਾ ਤੇ ਵੀ ਅਕਸਰ ਘੁਸਰ-ਮੁਸਰ ਹੁੰਦੀ ਰਹਿੰਦੀ ਸੀ। ਆਪਣੇ ਆਪ ਨੂੰ ਮਨਾਉਣ ਲਈ ਨਿੱਤ ਨਵੇਂ ਬਹਾਨੇ ਘੜੇ ਜਾਂਦੇ ਸੀ। ਕੁਝ ਵੀ ਕਹੋ, ਐਮਰਜੈਂਸੀ 'ਚ ਟ੍ਰੇਨਾਂ ਤਾਂ ਟਾਈਮ ਤੇ ਚੱਲ ਰਹੀਆਂ ਸਨ।
ਜਾਂ ਫਿਰ ਇਹ ਤਾਂ ਮੰਨਣਾ ਹੀ ਪਏਗਾ ਕਿ ਮਹਿੰਗਾਈ ਘੱਟ ਹੋ ਗਈ ਸੀ, ਜਦੋਂ ਵਿਨੋਬਾ ਭਾਵੇ ਵਰਗੇ ਸੰਤ ਨੇ ਵੀ ਐਮਰਜੈਂਸੀ ਨੂੰ ਅਨੁਸ਼ਾਸਨ ਪੁਰਬ ਦਾ ਨਾਂ ਦੇ ਦਿੱਤਾ ਸੀ। ਯੋਗੇਂਦਰ ਯਾਦਵ ਲਿਖਦੇ ਨੇ ਕਿ ਚੋਣ ਨਤੀਜੇ ਦੀ ਉਹ ਸ਼ਾਮ ਜਦੋਂ ਮੈਂ ਗਿਣਤੀ ਕੇਂਦਰ ਦੇ ਬਾਹਰ ਨਤੀਜੇ ਦੀ ਉਡੀਕ ਕਰ ਰਹੇ ਭੀੜ ਦੇ ਵਿਚਾਲੇ ਖੜਾ ਸੀ, ਆਕਾਸ਼ਵਾਣੀ ਬਾਕੀ ਸਭ ਖਬਰਾਂ ਨੂੰ ਦਬਾ ਕੇ ਸਿਰਫ ਆਂਧਰਾ ਪ੍ਰਦੇਸ਼ 'ਚ ਕਾਂਗਰਸ ਦੀ ਲੀਡ ਦੱਸ ਰਹੀ ਸੀ, ਪਰ ਉਦੋਂ BBC ਤੋਂ ਅਮੇਠੀ 'ਚ ਸੰਜੇ ਗਾਂਧੀ ਅਤੇ ਰਾਏਬਰੇਲੀ 'ਚ ਇੰਦਰਾ ਗਾਂਧੀ ਦੇ ਗਿਣਤੀ 'ਚ ਪਛੜਨ ਦੀ ਖਬਰ ਆਈ। ਉਸੇ ਪਲ ਉੱਥੇ ਖੜੀ ਜਨਤਾ ਦੇ ਦਰਮਿਆਨ ਜੋ ਬਿਜਲੀ ਗਰਜੀ ਸੀ, ਉਸ ਨੂੰ ਮੈਂ ਲੋਕਤੰਤਰ ਦੇ ਰੂਪ 'ਚ ਪਛਾਣਿਆ ਸੀ। ਸ਼ਾਇਦ ਉਸੇ ਪਲ ਮੈਂ ਇੱਕ ਚੋਣ ਵਿਸ਼ਲੇਸ਼ਕ, ਰਾਜਨੀਤਿਕ ਸ਼ਾਸਤਰੀ ਅਤੇ ਰਾਜਨੀਤਿਕ ਵਰਕਰ ਬਣ ਗਿਆ ਸੀ। ਜਦੋਂ ਤੱਕ ਇੰਦਰਾ ਗਾਂਧੀ ਜਿਉਂਦੀ ਸੀ ਜਾਂ ਜਦੋਂ ਤੱਕ ਕਾਂਗਰਸ ਦਾ ਦਬਦਬਾ ਜਾਰੀ ਸੀ, ਉਦੋਂ ਤੱਕ ਐਮਰਜੈਂਸੀ ਦੀ ਇਸ ਵਰ੍ਹੇਗੰਢ ਨੂੰ ਮਨਾਉਣਾ ਜ਼ਰੂਰੀ ਸੀ। ਅੱਜ ਉਸੇ ਪੁਰਾਣੇ ਰਸਮੀ ਢੰਗ ਨਾਲ ਐਮਰਜੈਂਸੀ ਦਾ ਵਿਰੋਧ ਸਾਡੇ ਲੋਕਤਾਂਤਰਿਕ ਸੰਕਲਪ ਨੂੰ ਮਜ਼ਬੂਤ ਕਰਨ ਦੀ ਬਜਾਏ ਢਿੱਲਾ ਕਰਦਾ ਹੈ। ਅਸੀਂ ਇਸ ਖੁਸ਼ਫਹਿਮੀ ਦਾ ਸ਼ਿਕਾਰ ਰਹਿੰਦੇ ਹਾਂ ਕਿ ਲੋਕਤੰਤਰ ਦਾ ਗਲਾ ਘੁੱਟਣ ਦੀ ਉਹ ਨਾਪਾਕ ਕੋਸ਼ਿਸ਼ ਸਿਰਫ ਇੱਕ ਔਰਤ ਦਾ ਹੰਕਾਰ ਸੀ। ਉਹ ਤਾਂ ਹੁਣ ਨਹੀਂ ਰਹੀ। ਐਮਰਜੈਂਸੀ ਦੇ ਬਾਅਦ ਇੰਦਰਾ ਗਾਂਧੀ ਦੀ ਹਾਰ ਸਾਨੂੰ ਝੂਠਾ ਦਿਲਾਸਾ ਦਿੰਦੀ ਹੈ ਕਿ ਲੋਕਤੰਤਰ ਬਚਾਉਣ ਲਈ ਪੂਰੀ ਜਨਤਾ ਨੇ ਸੰਘਰਸ਼ ਕੀਤਾ ਸੀ। ਲੋਕਤੰਤਰ ਦੇ ਖਤਰੇ ਨੂੰ ਐਮਰਜੈਂਸੀ ਦੀ ਐਨਕ ਨਾਲ ਦੇਖਣ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਲੋਕਤੰਤਰ ਦੀ ਹੱਤਿਆ ਤੋਂ ਸਾਡਾ ਧਿਆਨ ਖਿੱਚ ਕੇ ਭਵਿੱਖ ਵੱਲ ਜਾਂਦਾ ਹੈ। ਅਸੀਂ ਲੋਕਤੰਤਰ ਨੂੰ ਜਿਉਂਦਾ ਰੱਖਣ ਲਈ ਐਮਰਜੈਂਸੀ ਵਰਗੇ ਝਟਕੇ ਦੇ ਖਦਸ਼ੇ ਦੇ ਪ੍ਰਤੀ ਸੁਚੇਤ ਰਹਿੰਦੇ ਹਾਂ, ਪਰ 21ਵੀਂ ਸਦੀ 'ਚ ਲੋਕਤੰਤਰ ਦੀ ਹੱਤਿਆ ਇੱਕੋ ਝਟਕੇ 'ਚ ਨਹੀਂ ਹੁੰਦੀ। ਲੋਕਤੰਤਰ ਦੇ ਹੱਤਿਆਰੇ ਫੌਜੀ ਵਰਦੀ ਪਹਿਨ ਕੇ ਇਸ ਦੀ ਮੌਤ ਦਾ ਐਲਾਨ ਟੀਵੀ ਤੇ ਨਹੀਂ ਕਰਦੇ। ਨਾਂ ਦੇ ਵਾਸਤੇ ਕੋਰਟ ਕਚਹਿਰੀ ਜਿੰਦਾ ਹੈ, ਪਰ ਜੱਜਾਂ ਅਤੇ ਸੁਤੰਤਰ ਜਾਂਚ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਭਰਮਾ ਕੇ ਜਾਂ ਧਮਕਾ ਕੇ ਸਰਕਾਰ ਵੱਲ ਕਰ ਲਿਆ ਜਾਂਦਾ ਹੈ। ਕਹਿਣ ਨੂੰ ਗੈਰ ਸਰਕਾਰੀ ਮੀਡੀਆ ਵੀ ਹੈ, ਪਰ ਸਾਰਿਆਂ ਦੀ ਬਾਹ ਮਰੋੜ ਕੇ ਸਰਕਾਰ ਦੀਆਂ ਸਿਫਤਾਂ ਗਾਉਣ 'ਚ ਲਾਇਆ ਹੋਇਆ ਹੈ। ਜੋ ਮੂੰਹ ਖੋਲਣ ਦੀ ਹਿੰਮਤ ਕਰਦਾ ਹੈ, ਉਹਨਾਂ ਪੱਤਰਕਾਰਾਂ ਦੀ ਨੌਕਰੀ ਚਲੀ ਜਾਂਦੀ ਹੈ ਜਾਂ ਉਸ ਮੀਡੀਆ ਕੰਪਨੀ ਤੇ ਛਾਪੇ ਪੈਂਦੇ ਹੈ। ਵਿਰੋਧੀ ਪਾਰਟੀਆਂ ਮੌਜੂਦ ਹਨ, ਸਰਕਾਰ ਦੇ ਵਿਰੁੱਧ ਬਿਆਨ ਦਿੰਦੀਆਂ ਰਹਿੰਦੀਆਂ, ਪਰ ਜਿਸ ਆਗੂ ਤੋਂ ਸਰਕਾਰ ਨੂੰ ਸੱਚਮੁੱਚ ਖਤਰਾ ਹੁੰਦਾ ਹੈ, ਉਸ ਦੇ ਵਿਰੁੱਧ ਬਹੁਤ ਸਾਰੇ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹ 'ਚ ਸੁੱਟ ਦਿੱਤਾ ਜਾਂਦਾ ਹੈ। ਬਕਾਇਦਾ ਚੋਣਾਂ ਕਰਵਾਈਆਂ ਜਾਂਦੀਆਂ, ਪਰ ਮਹੱਤਵਪੂਰਨ ਚੋਣ 'ਚ ਰਾਜ ਕਰ ਰਹੀ ਪਾਰਟੀ ਦੇ ਹਾਰਨ ਦੀ ਕੋਈ ਸੰਭਾਵਨਾ ਨਹੀਂ ਰਹਿੰਦੀ। ਕੀ ਅੱਜ ਦਾ ਭਾਰਤ ਇਸੇ ਰਸਤੇ ਤੇ ਨਹੀਂ ਵਧ ਰਿਹਾ? ਪਿਛਲੇ ਕੁਝ ਸਮੇਂ ਤੋਂ ਸੁਪਰੀਮ ਕੋਰਟ, ਚੋਣ ਕਮਿਸ਼ਨ, CBI, ਵਿਜੀਲੈਂਸ ਅਤੇ ਕੈਗ ਵਰਗੀਆਂ ਸੰਸਥਾਵਾਂ 'ਚ ਆਖਰ ਹੋ ਕੀ ਰਿਹਾ ਹੈ? ਜੇਕਰ ਸੁਤੰਤਰ ਮੀਡੀਆ ਦਾ ਧਰਮ ਸੱਤਾ ਤੋਂ ਸਵਾਲ ਪੁੱਛਣਾ ਹੈ, ਤਾਂ ਸਾਡਾ ਮੀਡੀਆ ਸਾਰੇ ਸਵਾਲ ਵਿਰੋਧੀ ਧਿਰ ਕੋਲੋਂ ਕਿਉਂ ਪੁੱਛ ਰਿਹਾ ਹੈ? ਸਰਕਾਰ ਦਾ ਵਿਰੋਧ ਕਰਨ ਵਾਲਿਆਂ ਤੇ ਊਲ ਜਲੂਲ ਮੁਕੱਦਮੇ ਕਿਉਂ ਬਣ ਰਹੇ ਹੈ? ਸੱਤਾਧਾਰੀ ਪਾਰਟੀ ਦੇ ਹਿੰਸਾ ਭੜਕਾਉਣ ਵਾਲੇ ਨੇਤਾ ਸ਼ਰੇਆਮ ਕਿਉਂ ਘੁੰਮ ਰਹੇ ਹੈ? ਅੱਜ ਐਮਰਜੈਂਸੀ ਨੂੰ ਯਾਦ ਕਰਨਾ 1975 ਤੋਂ 1977 ਤੱਕ ਦੇ ਸਮੇਂ ਦਰਮਿਆਨ ਭਾਰਤੀ ਲੋਕਤੰਤਰ ਦੀ ਦੁਰਦਸ਼ਾ ਦਾ ਕੁਰਲਾਪ ਨਹੀਂ ਹੋ ਸਕਦਾ। ਅੱਜ ਇਸ ਦਾ ਇੱਕ ਹੀ ਸਾਰਥਿਕ ਸਰੂਪ ਹੋ ਸਕਦਾ ਹੈ ਕਿ ਅਸੀਂ 2020 ਦੇ ਭਾਰਤੀ ਲੋਕਤੰਤਰ ਦੀ ਦਸ਼ਾ ਅਤੇ ਦਿਸ਼ਾ ਦੀ ਚਿੰਤਾ ਕਰੀਏ। ਨਹੀਂ ਤਾਂ 2025 'ਚ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਮਨਾਉਂਦੇ ਹੋਏ ਸਾਨੂੰ ਭਾਰਤੀ ਲੋਕਤੰਤਰ ਦੀ ਬਰਸੀ ਮਨਾਉਣੀ ਪਵੇਗੀ ਤੇ ਉਸ ਦੇ ਸ਼ਰਾਧ ਦੀ ਤਿਆਰੀ ਸ਼ੁਰੂ ਕਰਨੀ ਹੋਵੇਗੀ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। PGI
ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814 32345। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ। ਤੇ ਅਕਾਲ ਟਰੱਕ ਦਾ ਜਿਹੜਾ ਸੁਨੇਹਾ ਤੁਸੀਂ ਲਓ ਜੀ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ, 200 ਟਰਾਂਸਪੋਰਟ ਰੋਡ, 200 ਟਰਾਂਸਪੋਰਟ ਰੋਡ, ਸਪਰਿੰਗਫੀਲਡ, ਵਿਨੀਪੈਗ, ਮੈਨੀਟੋਬਾ ਦੇ ਵਿੱਚ। ਇੱਥੇ ਤੁਹਾਡੇ ਟਰੱਕਾਂ ਦੇ ਡਿਫਰੈਂਸ਼ੀਅਲ, ਇੰਜਨ ਰੀਬਿਲਟ, ਟਰਾਂਸਮਿਸ਼ਨ, ਡਿਫਰੈਂਸ਼ੀਅਲ, ਕਲੱਚ, ਸੀਜ਼ਨਲ ਸਰਵਿਸ, ਵਿੰਡ ਸਕਰੀਨ ਚੇਂਜ, ਕਹਿਣ ਤੋਂ ਭਾਵ ਵੀ ਜਿਹੜੀ DOT ਸੇਫਟੀ ਇੰਸਪੈਕਸ਼ਨ ਹੈ, ਗੌਰਮੈਂਟ ਅਪਰੂਵਡ ਸ਼ਾਪ ਹੈ ਜੀ ਇਹ। ਫੋਨ ਨੰਬਰ ਤੁਸੀਂ ਨੋਟ ਕਰ ਲਓ 204 777 0460, 204 777 0460। ਬਲਤੇਜ ਪਨੇਸਰ ਹੋਰਾਂ ਦਾ ਵੀ ਨੰਬਰ ਲੈ ਲਓ 204 459 2000। ਸੋ 2000 ਲਾਸਟ ਦੇ ਵਿੱਚ ਹੈ ਜੀ। ਤੇ ਸੁਖਪਾਲ ਸਿੰਘ ਬਰਾੜ ਹੋਰੀ, ਸੁਪਰ ਸਟਾਰ ਪਲੰਬਿੰਗ ਐਂਡ ਹੀਟਿੰਗ, ਕੈਲਗਰੀ। ਹਰ ਤਰ੍ਹਾਂ ਦੀ ਪਲੰਬਿੰਗ ਅਤੇ ਹੀਟਿੰਗ ਦਾ ਕੰਮ ਕਰਾਉਣ ਦੇ ਲਈ 403 690 1235। ਤੇ ਬੇਕਰਸਫੀਲਡ ਦੇ ਵਿੱਚ ਤੁਸੀਂ ਸੋਲਰ ਸਿਸਟਮ ਲਵਾਉਣਾ ਹੈ ਤਾਂ ਜਤਿੰਦਰ ਸਿੰਘ ਤੂਰ ਹੋਰਾਂ ਦਾ ਨੰਬਰ 661 754 1722, 661 754 1722 ਦੇ ਉੱਤੇ ਸੰਪਰਕ ਕਰ ਸਕਦੇ ਹੋ। ਤੇ ਹੁਣ ਰੁਕ ਕਰਦੇ ਹਾਂ ਜਲੰਧਰ ਵੱਲ। ਰਜੀਵ ਭਾਸਕਰ ਜੀ ਸਾਡੇ ਨਾਲ ਨੇ। ਭਾਸਕਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਸਕਰ ਸਾਹਿਬ, ਮੈਂ ਨੀਲ ਭਲਿੰਦਰ ਨਾਲ ਵੀ ਹੁਣੇ ਗੱਲ ਕਰਕੇ ਹਟਿਆ ਸੀ। ਵਿੰਨੀ ਮਹਾਜਨ ਦਾ ਚੀਫ ਸੈਕਟਰੀ ਬਣਨਾ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਅਸਰ ਰੱਖਦਾ ਹੈ? ਸੋ ਮੈਂ ਇਹੀ ਤੁਹਾਡੇ ਵਿਊ ਲੈਣਾ ਚਾਹਾਂਗਾ, ਕਿਉਂਕਿ ਹਮੇਸ਼ਾ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਲਿਸਨਰਸ ਨੂੰ ਇੱਕ ਅਹਿਮ ਮੁੱਦੇ ਦੇ ਉੱਤੇ, ਜਿਵੇਂ ਕਹਿੰਦੇ ਨਾ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਕਿ 2 ਵਕੀਲਾਂ ਨਾਲ ਸਲਾਹ ਕਰ ਲਓ, ਤੁਹਾਨੂੰ ਕਿਸੇ ਮੁੱਦੇ ਦੇ ਉੱਤੇ ਤੁਹਾਨੂੰ ਦਾ ਅਸਲ ਅੰਸ਼ ਬਾਹਰ ਆ ਜਾਂਦਾ। ਮੈਂ ਵੀ ਇਹੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇਟ ਇਜ਼ ਫॉर द ਫਸਟ ਟਾਈਮ, ਕਿਉਂਕਿ ਤੁਹਾਨੂੰ ਬਹੁਤ ਸਮਾਂ ਹੋ ਗਿਆ ਜਰਨਲਿਜ਼ਮ ਦੇ ਵਿੱਚ, ਤੁਸੀਂ ਨਹੀਂ ਕਿਤੇ ਦੇਖਿਆ ਹੋਣਾ ਸਮ ਹਿਡਨਸ ਪ੍ਰੋਟੋਕਾਲਸ ਵੀ ਹੁੰਦੇ ਨੇ ਕਿ ਇੱਕ ਫੈਮਿਲੀ ਦੇ 2 ਬੰਦਿਆਂ ਨੂੰ ਅਹਿਮ ਇੱਕੋ ਸਟੇਟ ਦੇ ਵਿੱਚ ਅਹੁਦੇ ਨਹੀਂ ਦਿੱਤੇ ਜਾ ਸਕਦੇ। ਜੋ ਇਹ ਹੋਇਆ ਚੀਫ ਸੈਕਟਰੀ ਬਣਨਾ,
ਕਿਵੇਂ ਦੇਖ ਰਹੇ ਹੋ ਵਿੰਨੀ ਮਹਾਜਨ ਦਾ? ਦੇਖੋ, ਅਗਰ ਅਸੀਂ ਵਿੰਨੀ ਮਹਾਜਨ ਉਹਨਾਂ ਦੀ ਕਾਬਲੀਅਤ ਦੀ ਗੱਲ ਕਰੀਏ ਜੀ, ਤੇ ਉਹ ਇੱਕ ਬੜੀ ਕਾਬਿਲ ਅਫਸਰ ਨੇ। ਇੱਥੇ ਤੱਕ ਕਿ ਉਹ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਵੀ ਰਹਿ ਚੁੱਕੀ ਨੇ ਔਰ ਜੀ। ਵੱਖ-ਵੱਖ ਅਹੁਦਿਆਂ ਦੇ ਵਿੱਚ ਉਹਨਾਂ ਨੇ ਇਹ ਗੱਲ ਪ੍ਰੂਵ ਕਰਕੇ ਦੱਸਿਆ ਸੀਗਾ ਕਿ ਉਹਨਾਂ ਨੇ ਜੋ ਵੀ ਅੱਜ ਤੱਕ ਪੋਸਟ ਹੋਲਡ ਕੀਤੀ ਜੀ, ਉਸ ਪੋਸਟ ਨਾਲ ਔਰ ਲੋਕਾਂ ਨਾਲ ਪੂਰਾ ਜਸਟਿਸ ਕੀਤਾ। ਹਾਂ, ਪਿਛਲੇ ਦਿਨੋਂ ਜਦ ਕਰਨ ਅਵਤਾਰ ਉਹਨਾਂ ਦੇ ਜਾਣ ਦੀ ਗੱਲ ਚੱਲੀ ਸੀਗੀ ਜੀ, ਤਦ ਵੀ ਵਿੰਨੀ ਮਹਾਜਨ ਉਹਨਾਂ ਦਾ ਨਾਂ ਚੱਲਿਆ ਸੀਗਾ, ਪਰ ਵਿੰਨੀ ਮਹਾਜਨ ਉਹਨਾਂ ਨੂੰ ਜਦ ਵੀ ਅਸੀਂ ਚੀਫ ਸੈਕਟਰੀ ਦੀ ਪੋਸਟ ਵਾਸਤੇ ਐਲੀਜੀਬਲ ਸਮਝਦੇ ਸੀ, ਐਲੀਜੀਬਲ ਮੰਨਦੇ ਸੀ ਕਿ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ, ਤੇ ਉਹਨਾਂ ਦੇ ਹਸਬੈਂਡ ਦਾ ਡੀਜੀਪੀ ਹੋਣਾ ਜੀ, ਉਹ ਗੱਲ ਆੜੇ ਆਉਂਦੀ ਸੀਗੀ। ਔਰ ਇਸ ਕਰਕੇ ਉਹਨਾਂ ਨੂੰ ਤਕਰੀਬਨ ਉਹਨਾਂ ਦੇ ਨਾਂ ਤੇ ਘਾਟਾ ਲੋਕੀ ਆਪਣੀ ਅਸੈਸਮੈਂਟ ਦੇ ਵਿੱਚ ਮਾਰਦੇ ਸੀਗੇ, ਕਿਉਂਕਿ ਉਹਨਾਂ ਦੇ ਹਸਬੈਂਡ ਡੀਜੀਪੀ ਹੈਗੇ ਨੇ ਤੇ ਉਹਨਾਂ ਦੀ ਵਾਈਫ ਨੂੰ ਵਿੰਨੀ ਮਹਾਜਨ ਉਹਨਾਂ ਨੂੰ ਚੀਫ ਸੈਕਟਰੀ ਸ਼ਾਇਦ ਨਹੀਂ ਬਣਾਇਆ ਜਾਏ ਜੀ, ਤੇ ਕਿਉਂਕਿ ਉਹਨਾਂ ਦਾ ਬੈਚ ਵੀ ਇੱਕੋ ਹੈ, ਰਿਟਾਇਰਮੈਂਟ ਦੇ ਵਿੱਚ ਵੀ 3 ਸਾਲ ਪਏ ਨੇ। ਬਿਲਕੁਲ। ਔਰ ਵਿਸ਼ਵਜੀਤ ਖੰਨਾ ਉਹਨਾਂ ਦਾ ਵੀ ਨਾਂ ਚੱਲਦਾ ਸੀਗਾ, ਹੋਰ ਵੀ ਕਈ ਕਾਬਿਲ ਅਫਸਰ ਸੀਗੇ ਜਿਨ੍ਹਾਂ ਦਾ ਨਾਂ ਚੱਲਦਾ ਸੀਗਾ, ਪਰ ਅੱਜ ਵਿੰਨੀ ਮਹਾਜਨ ਉਹਨਾਂ ਦੇ ਨਾਂ ਤੇ ਉੱਤੇ ਮੋਹਰ ਨਹੀਂ ਲੱਗੀ, ਬਲਕਿ ਉਹਨਾਂ ਨੇ ਚੀਫ ਸੈਕਟਰੀ ਦੇ ਪਦ ਦੇ ਉੱਤੇ ਜੁਆਇਨ ਵੀ ਕਰ ਲਿਆ ਜੀ। ਔਰ ਉਸ ਜੁਆਇਨ ਕਰਨ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਭ ਤੋਂ ਪਹਿਲੀ ਵਾਰ ਪੰਜਾਬ ਵਿੱਚ ਪਹਿਲੀ ਵਾਰ ਕਿਸੇ ਵੀ ਸੂਬੇ ਦੇ ਵਿੱਚ ਹੋਇਆ ਜਦ ਹਸਬੈਂਡ ਡੀਜੀਪੀ ਹੋਏ ਔਰ ਉਹਨਾਂ ਦੀ ਮਿਸਿਸ ਨੂੰ ਚੀਫ ਸੈਕਟਰੀ ਬਣਾ ਦਿੱਤਾ ਜਾਏ। ਜੀ, ਇਸ ਤੋਂ ਪਹਿਲੇ ਵੀ ਪੰਜਾਬ ਵਿੱਚ ਏਦਾਂ ਦੀ ਬਹੁਤ ਸਾਰੀ ਗੱਲਾਂ ਪਹਿਲੀ ਵਾਰ ਹੋਈ ਸੀ। ਤੁਹਾਨੂੰ ਯਾਦ ਹੋਏਗਾ ਜਦ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀਗੇ ਔਰ ਉਹਨਾਂ ਦੇ ਪੁੱਤਰ ਉਹਨਾਂ ਨੂੰ ਡਿਪਟੀ ਚੀਫ ਮਿਨਿਸਟਰ ਬਣਾਇਆ ਗਿਆ ਸੀ ਔਰ ਦੋਨੋਂ ਇੱਕੋ ਪਾਰਟੀ ਤੋਂ ਬਿਲੋਂਗ ਕਰਦੇ ਸੀ। ਉਹ ਤਾਂ ਚਲੋ ਪੋਲੀਟੀਕਲ ਹੈ ਗੱਲ, ਬਿਊਰੋਕ੍ਰੇਸੀ ਜੀ। ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜੀ ਚੀਜ਼ ਪੰਜਾਬ ਵਿੱਚ ਪਹਿਲੀ ਵਾਰ ਹੋਈ, ਬਿਲਕੁਲ, ਕਿਸੇ ਵੀ ਸੂਬੇ ਦੇ ਵਿੱਚ ਅੱਜ ਤੱਕ ਇਹ ਨਹੀਂ ਹੋਇਆ ਸੀਗਾ ਕਿ ਪਿਓ ਮੁੱਖ ਮੰਤਰੀ ਹੋਏ ਤੇ ਪੁੱਤਰ ਡਿਪਟੀ ਹੋਵੇ। ਬਿਲਕੁਲ ਬਿਲਕੁਲ ਬਿਲਕੁਲ। ਔਰ ਅੱਜ ਪਹਿਲੀ ਵਾਰ ਹੋਇਆ ਹੈ ਕਿ ਹਸਬੈਂਡ ਡੀਜੀਪੀ ਹੈਗਾ ਔਰ ਉਹਨਾਂ ਦੀ ਵਾਈਫ ਚੀਫ ਸੈਕਟਰੀ ਹੈਗੇ। ਔਰ ਅਗਰ ਪ੍ਰੋਟੋਕੋਲ ਦੇ ਹਿਸਾਬ ਨਾਲ ਦੇਖੋ ਤਾਂ ਚੀਫ ਸੈਕਟਰੀ ਦਾ ਪਦ ਡੀਜੀਪੀ ਦੇ ਪਦ ਤੋਂ ਉਹਦੇ ਵਿੱਚ ਥੋੜਾ ਜਿਹਾ ਉੱਚਾ ਮੰਨਿਆ ਜਾਂਦਾ, ਸਲੂਟ ਕਰਨਾ ਪੈਂਦਾ, ਜ਼ਰੂਰ ਕਰਨਾ ਪੈਂਦਾ। ਪਰ ਫਿਰ ਦੁਬਾਰਾ ਮੈਂ ਇਹ ਗੱਲ ਕਹਾਂਗਾ ਕਿ ਵਿੰਨੀ ਮਹਾਜਨ ਉਹਨਾਂ ਦੀ ਕਾਬਲੀਅਤ ਦੇ ਉੱਤੇ ਸਾਨੂੰ ਕੋਈ ਡਾਊਟ ਨਹੀਂ। ਅਸੀਂ ਕਾਬਲੀਅਤ ਤੇ ਕਿੰਤੂ ਪਰੰਤੂ ਨਹੀਂ ਕਰਦੇ, ਨੋ ਡਾਊਟ। ਅਸੀਂ ਕਾਬਲੀਅਤ ਤੇ ਕੋਈ ਕਿੰਤੂ ਕਰਦੇ। ਸ਼ੀ ਇਜ਼ ਅ ਵੈਰੀ ਗੁੱਡ ਐਡਮਿਨਿਸਟ੍ਰੇਟਰ, ਬੜੇ ਅੱਛੇ ਅਹੁਦਿਆਂ ਤੇ ਕੰਮ ਕੀਤਾ। ਸਾਡਾ ਮਸਲਾ ਇਹ ਹੈ ਕਿ ਅਸੀਂ ਉਹ ਚੀਜ਼ਾਂ ਦੇਖਣੀਆਂ ਨੇ ਕਿ ਵਿੰਨੀ ਮਹਾਜਨ 3 ਬੰਦਿਆਂ ਨੂੰ ਉਹਨਾਂ ਨੇ ਸਕਿਪ ਕੀਤਾ, ਉੱਪਰੋਂ ਦੀ ਲੰਘੇ ਨੇ। ਸਕਿਪਿੰਗ ਗੇਮ ਹੋਈ ਹੈ ਪੰਜਾਬ ਦੇ ਵਿੱਚ। ਉਹ ਤੇ ਖੈਰ ਦਿਨਕਰ ਗੁਪਤਾ ਉਹਨਾਂ ਦੇ ਟਾਈਮ ਵੀ ਸਕਿਪਿੰਗ ਹੋਈ ਸੀਗੀ ਔਰ ਉਸ ਸਕੀਮ ਦੇ ਰੋਲੇ ਨੂੰ ਤੁਸੀਂ ਦੇਖਿਆ ਹੋਏਗਾ, ਕੋਰਟਾਂ ਦੇ ਵਿੱਚ ਵੀ ਗੱਲ ਗਈ ਸੀਗੀ ਔਰ ਇੱਕ ਵਾਰ ਇਹ ਵੀ ਹੋ ਗਿਆ ਸੀ ਵੀ ਡੀਜੀਪੀ ਸਾਹਿਬ ਨੂੰ ਦਿਨਕਰ ਗੁਪਤਾ ਨੂੰ ਆਪਣੇ ਪਦ ਤੋਂ ਅਸਤੀਫਾ ਦੇਣਾ ਪਏਗਾ, ਪਰ ਚਲੋ ਕੋਰਟਾਂ ਦੇ ਵਿੱਚ ਸਰਕਾਰ ਨੇ ਉਹਨਾਂ ਦਾ ਸਾਥ ਦਿੱਤਾ ਤੇ ਉਹ ਡੀਜੀਪੀ ਦੇ ਪਦ ਤੇ ਬਣੇ ਰਹੇ। ਹੁਣ ਵਿੰਨੀ ਮਹਾਜਨ ਵਾਸਤੇ ਵੀ ਸੇਮ ਮੁਸ਼ਕਿਲਾਂ ਖੜੀ ਹੋ ਸਕਦੀ ਹੈ ਜੇ ਉਹਨਾਂ ਦੇ ਸੀਨੀਅਰ ਅਫਸਰ ਕੈਟ ਵਿੱਚ ਜਾਂ ਕਿਸੇ ਹੋਰ ਕੋਰਟ ਦੇ ਵਿੱਚ ਇਸ ਗੱਲ ਨੂੰ ਚੈਲੰਜ ਕਰਦੇ ਆ। ਦੂਜੇ ਪਾਸੇ ਇੱਕ ਤਰੀਕੇ ਨਾਲ ਦੇਖਿਆ ਜਾਏ ਤੇ ਹਸਬੈਂਡ ਵਾਈਫ ਦਾ ਸਟੇਟ ਦੀ ਸਭ ਤੋਂ ਉੱਚੀ ਪੋਸਟ ਤੇ ਹੋਣਾ ਔਰ ਇੱਕੋ ਘਰ ਦੇ ਵਿੱਚ ਸਾਰੀ ਪਾਵਰ ਚਲੀ ਜਾਣਾ ਕਿਸੇ ਵੀ ਤਰੀਕੇ ਨਾਲ ਵਾਜਿਬ ਨਹੀਂ ਹੁੰਦਾ, ਕਿਉਂਕਿ ਅਗਰ ਸਟੇਟ ਦੇ ਵਿੱਚ ਕੋਈ ਗੱਲ ਚੱਲਦੀ ਹੈ ਉਹਦੇ ਵਿੱਚ ਮੀਆਂ ਬੀਬੀ ਨੇ ਡਿਸੀਜਨ ਲੈਣਾ ਹੋਵੇ, ਕਿਉਂਕਿ ਕਿਹਾ ਜਾਂਦਾ ਸਰਕਾਰ ਤੇ ਬਿਊਰੋਕ੍ਰੇਸੀ ਚਲਾਉਂਦੀ ਹੈ, ਲੀਡਰਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ ਔਰ ਲੀਡਰ ਤੇ ਸਿਰਫ ਬਿਊਰੋ ਔਰ ਖਾਸ ਕਰਕੇ ਅਗਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੱਲ ਕਰੀਏ ਤੇ ਤੁਸੀਂ ਪਤਾ ਹੀ ਹੈ ਕਿ ਵੀ ਉਹ ਜਦ ਗੱਲ ਕਰਦੇ ਨੇ ਤੇ ਮਹਾਰਾਜਾ ਵਰਗਾ ਗੱਲ ਕਰਦੇ ਨੇ। ਜੇ ਕਿਸੇ ਜ਼ਿਲ੍ਹੇ ਦੇ ਡੀਸੀ ਦੀ ਵੀ ਗੱਲ ਕਹਿੰਦੇ ਆ ਤੇ ਉਹ ਕਹਿੰਦੇ ਮਾਈ ਡੀਸੀ, ਮਾਈ ਕਮਿਸ਼ਨਰ, ਤੇ ਉਹਨਾਂ ਦਾ ਸਟਾਈਲ ਹੈਗਾ ਮਹਾਰਾਜਾ ਦੀ ਤਰ੍ਹਾਂ ਕੰਮ ਕਰਨ ਦਾ। ਔਰ ਤੁਹਾਨੂੰ ਪਤਾ ਹੈ ਕਿ ਚੀਫ ਸੈਕਟਰੀ ਭਾਵੇਂ ਕਰਨ ਅਵਤਾਰ ਸੀਗੇ ਪਰ ਜੋ ਪਾਵਰ ਸੁਰੇਸ਼ ਕੁਮਾਰ ਉਹਨਾਂ ਕੋਲ ਸੀਗੀ ਉਹ ਸ਼ਾਇਦ ਚੀਫ ਸੈਕਟਰੀ ਕੋਲ ਵੀ ਨਹੀਂ ਸੀ। ਯਾਨੀ ਉਹ ਪਾਵਰਾਂ 3 ਬੰਦਿਆਂ ਦੇ ਕੋਲ ਆ ਗਈ। ਅੱਜ ਸੁਰੇਸ਼ ਕੁਮਾਰ ਪਾਵਰਫੁਲ ਹੈਗੇ ਨੇ ਜੇ ਬਿਊਰੋਕ੍ਰੇਸੀ ਦੀ ਗੱਲ ਕਰੀਏ, ਜਾਂ ਫਿਰ ਵਿੰਨੀ ਮਹਾਜਨ ਤੇ ਡੀਜੀਪੀ ਦਿਨਕਰ ਗੁਪਤਾ। ਹੁਣ ਇਸ ਪਾਵਰ ਨੂੰ ਕੇਂਦਰਿਤ ਕਰਨਾ ਕਿੰਨਾ ਕੁ ਸਹੀ ਹੈ ਇਹ ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਘਰ ਦੇ ਵਿੱਚ ਨਹੀਂ ਜ਼ਿਆਦਾ ਪਾਵਰ ਦੇ ਦੇਣਾ ਜੇ ਉਸ ਘਰ ਤੋਂ ਪੂਰਾ ਪੰਜਾਬ ਚਲਾਣਾ ਹੋਏ। ਤੇ ਦੂਜੇ ਪਾਸੇ ਅਗਰ ਤੁਸੀਂ ਲਾਈਟਰ ਵੇਨ ਦੇ ਵਿੱਚ ਦੇਖਿਆ ਜਾਓ ਤੇ ਮੀਆਂ ਬੀਬੀ ਰਾਜੀ ਤੇ ਕੀ ਕਰੇਗਾ ਕਾਜੀ। ਮੀਆਂ ਬੀਬੀ ਨੇ ਕੋਈ ਫੈਸਲਾ ਕਰ ਲਿਆ ਘਰੇ ਬਹਿ ਕੇ ਕਰ ਲਿਆ, ਸਵੇਰ ਨੂੰ ਤਾਂ ਹੋ ਗਿਆ ਨਾ, ਡਿਸਕਸ਼ਨ ਤਾਂ ਖਤਮ ਹੋ ਗਈ ਨਾ। ਉਹ ਰਾਤ ਦੇ ਡਿਨਰ ਟੇਬਲ ਦੇ ਉੱਤੇ ਲਿੱਤੇ ਹੋਏ ਫੈਸਲੇ ਪੰਜਾਬ ਨੂੰ ਇੰਪਲੀਮੈਂਟ ਕਰਨੇ ਪੈਣੇ ਆ, ਕਿਉਂਕਿ ਮੁੱਖ ਮੰਤਰੀ
ਚੀਫ ਸਕੱਤਰ ਦੇ ਲਿੱਤੇ ਹੋਏ ਐਡਵਾਈਸ ਨੂੰ ਜਾਂ ਡੀਜੀਪੀ ਦੀ ਕੀਤੀ ਹੋਈ ਗੱਲ ਨੂੰ ਹਲਕੇ 'ਚ ਨਹੀਂ ਲੈਂਦੇ। ਇਸ ਮੁੱਖ ਮੰਤਰੀ ਉਹਨਾਂ ਦੇ ਨਾਲ ਕੰਮ ਕਰਨ ਦਾ ਅਫਸਰ ਅਕਸਰ ਇਹ ਗੱਲ ਕਰਦੇ ਨੇ। ਜੇਕਰ ਦੂਜੇ ਪਾਸੇ ਆਪਾਂ ਇੱਕ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਗੱਲ ਕਰੀਏ ਤਾਂ ਇਹਦੇ ਵਿੱਚ ਪੰਜਾਬ ਦਾ ਭਲਾ ਵੀ ਹੋ ਸਕਦਾ। ਡੀਜੀਪੀ ਤੇ ਚੀਫ ਸੈਕਟਰੀ ਬਹੁਤ ਘੱਟ ਮਿਲਦੇ ਸੀਗੇ ਤੇ ਤਾਂ ਫਿਰ ਸ਼ਾਮ ਨੂੰ ਇਕੱਠੇ ਬਹਿ ਕੇ ਨਾਲੇ 2 ਫੁਲਕੇ ਬੁਰਕੀਆਂ ਲਾ ਲੀਆਂ, ਨਾਲੇ ਕੀ ਕਹਿੰਦੇ ਡਾਈਨਿੰਗ ਟੇਬਲ ਦੇ ਉੱਤੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਡਿਸਕਸ ਹੋ ਗਈ। ਉਹ ਨਾਲੇ ਇੰਪੋਰਟੈਂਟ ਮੀਟਿੰਗ 'ਚ ਜਾਣਾ ਹੋਏ ਇੱਕੋ ਗੱਡੀ 'ਚ ਦੋਨੋਂ ਆ ਗਏ। ਤੇਲ ਦਾ ਖਰਚਾ ਹੀ ਬਚੂਗਾ, ਸਰਕਾਰ ਦਾ ਤੇਲ ਦਾ ਖਰਚਾ ਹੀ। ਲਾਈਟਰ ਵੇਨ ਦੇ ਵਿੱਚ ਕਹੀਏ ਪਰ ਬੜੀ ਇੰਪੋਰਟੈਂਟ ਗੱਲ ਹੈਗੀ ਹੈ, ਕਿਉਂਕਿ ਪੰਜਾਬ ਦੀ ਸਰਕਾਰ ਇਸ ਟਾਈਮ ਆਸਟੈਰਿਟੀ ਡਰਾਈਵ ਚਲਾਉਣ ਦਾ ਦਾਅਵਾ ਕਰਦੀ ਹੈ। ਹਾਂਜੀ, ਇਸ ਤੋਂ ਜ਼ਿਆਦਾ ਆਸਟੈਰਿਟੀ ਡਰਾਈਵ ਕੀ ਹੋ ਸਕਦਾ ਹੈ ਕਿ ਮੀਆਂ ਬੀਬੀ ਮੁੱਖ ਸਕੱਤਰ ਡੀਜੀਪੀ ਦੋਨੋਂ ਇੱਕੋ ਗੱਡੀ ਜਾਣ ਔਰ ਆਪਣਾ ਜਿਹੜੇ ਵੀ ਅਹਿਮ ਫੈਸਲੇ ਲੈਣੇ ਉਹ ਮੁੱਖ ਮੰਤਰੀ ਨੂੰ ਬਰੀਫ ਕਰਨ ਤੇ ਉਸ ਤੋਂ ਬਾਅਦ ਉਹ ਫੈਸਲੇ ਲਏ ਜਾਣ। ਪਰ ਫਿਰ ਦੁਬਾਰਾ ਮੈਂ ਇੱਥੇ ਇੱਕ ਗੱਲ ਕਹਿਣਾ ਚਾਹਾਂਗਾ, ਜੀ ਭਾਵੇਂ ਇਹ ਸਾਰੀ ਗੱਲਾਂ ਕਰ ਰਹੇ ਹਾਂ ਪਰ ਡੀਜੀਪੀ ਜਾਂ ਫਿਰ ਵਿਨੀ ਮਹਾਜਨ ਉਹਨਾਂ ਦੀ ਕਾਬਲੀਅਤ ਦੇ ਉੱਤੇ ਆਪਾਂ ਨੋ ਦੇਖੋ, ਜਿਹੜਾ ਬੰਦਾ ਐਡਮਿਨਿਸਟ੍ਰੇਟਰ ਪਹਿਲਾਂ ਬਣਦਾ, ਦੇਖੋ ਮੈਂ ਇੱਕ ਬੜੇ ਸੰਜੀਦਾ ਢੰਗ ਦੇ ਨਾਲ ਕਹਿਣਾ ਕਿ ਬਹੁਤ ਲੋਕ ਅੰਡਰ ਐਸਟੀਮੇਟ ਕਰ ਦਿੰਦੇ ਨੇ ਕਈ ਬੰਦਿਆਂ ਨੂੰ ਕਿ ਇਹ ਲੱਖਾਂ ਬੰਦਿਆਂ ਦੇ ਵਿੱਚੋਂ ਚੁਣ ਕੇ ਕਾਬਲੀਅਤ ਦੇ ਹਿਸਾਬ ਨਾਲ ਪਹਿਲਾਂ ਤਾਂ ਪੇਪਰ ਪਾਸ ਕਰਦੇ ਨੇ, ਪਹਿਲਾਂ ਪ੍ਰੀਲਿਮ ਪਾਸ ਕਰਦੇ ਹੋ, ਫਿਰ ਮੇਨ ਪਾਸ ਕਰਦੇ ਹੋ। ਐਂਡ ਸੈਕੰਡਲੀ ਇੱਕ IAS ਦੇ ਵਿੱਚ ਵੀ ਜੇ ਪਰ ਗੱਲ ਕਰੀਏ, ਦੇਖੋ KBS ਸਿੱਧੂ ਨੇ ਬੜੀਆਂ ਅਹਿਮ ਪੋਸਟਾਂ ਜਿਹੜੀਆਂ ਨੇ ਕੇਂਦਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ। ਐਂਡ ਸਭ ਤੋਂ ਵੱਡੀ ਗੱਲ ਹੈ ਕਿ IAS ਦਾ ਕੇਂਦਰ ਉਹ ਵੀ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਕੰਮ ਕਰਨਾ, ਉਹ ਬਹੁਤ ਘੱਟ ਬੰਦਿਆਂ ਦੇ ਹਿੱਸੇ ਆਉਂਦਾ। ਔਰ IIM ਕਲਕੱਤਾ ਤੋਂ ਪੜ੍ਹੀ ਹੋਈ ਨੇ, ਉਹ ਲੇਡੀ ਸ਼੍ਰੀ ਨਾਮ ਜਿਹੜਾ ਦਿੱਲੀ ਦਾ ਪ੍ਰੀਮੀਅਮ ਕਾਲਜ ਹੈ, ਬਿਲਕੁਲ ਪ੍ਰੀਮੀਅਮ ਕਾਲਜ ਹੈ ਲੇਡੀ ਸ਼੍ਰੀਰਾਮ ਕਾਲਜ, ਬਿਲਕੁਲ ਪ੍ਰੀਮੀਅਮ। ਗੱਲ ਉੱਥੇ ਟਿਕਦੀ ਹੈ ਕਿ ਕਾਬਲੀਅਤ ਕੋਈ ਸ਼ੱਕ ਨਹੀਂ, ਲੇਕਿਨ ਮੀਆਂ ਬੀਬੀ ਦੇ ਨੂੰ ਪੂਰੇ ਪੰਜਾਬ ਦੀ ਪਾਵਰਾਂ ਦੇਣਾ ਕਿੱਥੇ ਤੱਕ ਸਹੀ ਹੈ, ਉਹ ਸਵਾਲ ਹੈ। ਉਹ ਸਵਾਲ ਜ਼ਰੂਰ ਪੈਦਾ ਹੁੰਦਾ। ਪਰ ਦੇਖੋ ਹੁਣ ਕਈ ਵਾਰ ਇਹ ਗੱਲ ਏਦਾਂ ਦੇ ਫੈਸਲੇ ਚੰਗੇ ਵੀ ਸਾਬਿਤ ਹੁੰਦੇ ਆ, ਕਿਉਂਕਿ ਵਿਨੀ ਮਹਾਜਨ ਉਹਨਾਂ ਦੇ ਬਾਰੇ ਚ ਮੈਂ ਕਿਸੇ ਵੀ ਅਫਸਰ ਨੂੰ ਜਾਂ ਕਿਸੇ ਵੀ ਆਮ ਬੰਦੇ ਨੂੰ ਵੀ ਗੱਲ ਕਰਦੇ ਹੋਏ ਸੁਣਿਆ ਤੇ ਉਹਨਾਂ ਦੀ ਹਮੇਸ਼ਾ ਤਾਰੀਫ ਹੀ ਸੁਣੀ ਹੈ ਕਿ ਉਹ ਆਪਣੇ ਲੋਕਾਂ ਦੀ ਗ੍ਰੀਵੈਂਸਸ ਨੂੰ ਇੱਕ ਪੇਸ਼ੈਂਟ ਹੀਅਰਿੰਗ ਦਿੰਦੀ ਹੈ। ਦੇਖੋ that is the part of good administration। ਮੈਨੂੰ ਯਾਦ ਹੈ ਤੁਹਾਡੇ ਜਿਹੜੇ ਜਲੰਧਰ ਦੇ ਪੁਰਾਣੇ DC ਸੀਗੇ ਸ਼ਰਮਾ ਜੀ, ਵਰਿੰਦਰ ਸ਼ਰਮਾ, ਐਂਡ ਉਹ ਬੰਦੇ ਦੇ ਵਿੱਚ ਮੈਂ ਕਹਿ ਸਕਦਾ ਕਿ ਜਿੰਨੀ ਕੈਪੈਸਿਟੀ ਸੀਗੀ ਪੇਸ਼ੈਂਟ ਸ਼ੇਅਰਿੰਗ ਦੀ ਆਮ ਬੰਦੇ ਦੀ, ਬਠਿੰਡੇ ਦੇ ਵਿੱਚ ਜਦੋਂ ADC ਰਹੇ ਨੇ, ਮੈਨੂੰ ਯਾਦ ਹੈ ਕੁਝ ਦਿਨਾਂ ਦੇ ਲਈ ਉਹਨਾਂ ਨੂੰ DC ਦਾ ਚਾਰਜ ਦਿੱਤਾ ਗਿਆ ਸੀ। ਜਦੋਂ ਡਿਪਟੀ ਕਮਿਸ਼ਨਰ ਇੱਥੋਂ ਦੇ ਟ੍ਰੇਨਿੰਗ ਤੇ ਗਏ ਸੀ ਤਾਂ ਅੱਧੇ ਤੋਂ ਜ਼ਿਆਦਾ ਗ੍ਰੀਵੈਂਸਸ ਜਿਹੜੀਆਂ ਸੈਟਲ ਹੋ ਗਈਆਂ ਸੀਗੀਆਂ। ਬਿਲਕੁਲ ਸਰ, ਤੁਸੀਂ ਗੱਲ ਦੱਸੋ, ਵਰਿੰਦਰ ਸ਼ਰਮਾ ਉਹਨਾਂ ਹਜੇ ਕੁਝ ਦਿਨ ਪਹਿਲੇ ਗਏ ਨੇ ਔਰ ਜਦ ਉਹਨਾਂ ਦੀ ਟ੍ਰਾਂਸਫਰ ਦੀ ਖਬਰ ਆਈ ਜੀ ਤੇ ਆਮ ਜਨਤਾ ਜਿੱਦਾਂ ਅੱਜ ਕੱਲ ਕਹਿੰਦੇ ਨਾ ਕਿ ਜੀ ਮੋਦੀ ਜੀ ਅਗਰ ਪ੍ਰਧਾਨ ਮੰਤਰੀ ਨਹੀਂ ਰਹਿਣਗੇ ਤੇ ਹੋਰ ਬੰਦਾ ਕਿਹੜਾ ਕਾਬਿਲ ਹੈ, ਤੇ ਤੁਸੀਂ ਕਾਬਿਲ ਹੋਰ ਕੋਈ ਬੰਦਾ ਤੁਹਾਨੂੰ ਲੱਭਦਾ ਹੀ ਨਹੀਂ। ਇਹਨਾਂ ਲੱਗਦਾ ਵੀ ਮੋਦੀ ਉਹਨਾਂ ਤੋਂ ਇਲਾਵਾ ਪ੍ਰਾਈਮ ਮਿਨਿਸਟਰ ਦੀ ਪੋਸਟ ਤੇ ਕੋਈ ਹੋਰ ਬੰਦਾ ਜੱਚਦਾ ਹੀ ਨਹੀਂ। ਇਹੀ ਸੇਮ ਕੰਮ DC ਸਾਹਿਬ ਦਾ ਹੋ ਗਿਆ ਸੀਗਾ ਜਲੰਧਰ ਦੇ ਵਿੱਚ ਜਦੋਂ ਡਿਪਟੀ ਕਮਿਸ਼ਨਰ ਬਣ ਕੇ ਆਏ ਸੀ ਔਰ 3 ਸਾਲਾਂ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਇੰਨੀ ਕੁ ਜਗ੍ਹਾ ਬਣਾ ਲਈ ਸੀ ਕਿ ਹੁਣ ਏਦਾਂ ਲੱਗਦਾ ਸੀਗਾ ਕਿ ਜੇ ਵਰਿੰਦਰ ਸ਼ਰਮਾ ਹੋਣਾ ਇੱਥੇ DC ਨਹੀਂ ਰਹੇ ਤੇ ਪਤਾ ਨਹੀਂ DC ਦੀ ਕੁਰਸੀ ਜਿੱਦਾਂ ਖਾਲੀ ਰਹਿ ਜਾਏਗੀ। ਪਰ ਚਲੋ ਸਰਕਾਰਾਂ ਬਦਲਦੀਆਂ, DC ਬਦਲਦੇ ਨੇ, ਮੰਤਰੀ ਬਦਲਦੇ ਨੇ, ਮੁੱਖ ਮੰਤਰੀ ਬਦਲਦੇ ਨੇ ਤੇ ਕੰਮ ਤੇ ਚੱਲਦੇ ਰਹਿੰਦੇ ਨੇ। ਪਰ ਤੁਹਾਡੀ ਗੱਲ ਹੈ ਬਿਲਕੁਲ ਠੀਕ ਹੈ ਕਿ ਵਿਨੀ ਮਹਾਜਨ ਉਹਨਾਂ ਦੀ ਵੀ ਜਿਨ੍ਹਾਂ ਵੀ ਲੋਕਾਂ ਨਾਲ ਤੁਸੀਂ ਗੱਲ ਕਰਕੇ ਦੇਖ ਲਓ, ਚਾਹੇ ਉਹਨਾਂ ਦੇ ਕੁਲੀਗ ਹੋਣ ਚਾਹੇ ਪੋਲੀਟੀਕਲ ਬੰਦੇ ਹੋਣ, ਉਹ ਸਾਰੇ ਵੀ ਨਹੀਂ। ਅੱਛਾ ਭਾਸਕਰ ਸਾਹਿਬ, ਬੜੀ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਸ਼ਾਇਦ ਤੁਹਾਡੇ ਕੋਲੇ ਆਪਣੇ ਗੱਲਾਂ ਕਰਦੇ ਮੇਰੇ ਕੋਲੇ ਅਪਡੇਟ ਆ ਰਹੀ ਹੈ। ਪੱਤਰਕਾਰਾਂ ਦਾ ਚੰਡੀਗੜ੍ਹ ਦਾ ਸਾਡਾ ਗਰੁੱਪ ਆ, ਉੱਥੇ ਅਪਡੇਟ ਦੇਖਣ ਨੂੰ ਮਿਲ ਰਹੀ ਹੈ। ਬੇਸ਼ੱਕ ਇਹ ਅਪਡੇਟ ਸਰਬਜੀਤ ਸਿੰਘ ਵੇਰਕਾ ਵੱਲੋਂ ਕੀਤੀ ਗਈ ਹੈ। ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਐਂਡ ਸੁਖਬੀਰ ਸਿੰਘ ਬਾਦਲ ਨੋਮੀਨੇਟਡ ਐਜ਼ ਅਕਿਊਜ਼ਡ ਇਨ ਬਹਿਬਲ ਕਲਾਂ ਐਂਡ ਫਰੀਦਕੋਟ ਫਾਇਰਿੰਗ ਇਨਸੀਡੈਂਟ। ਇਹ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੈਗੀ ਹੈ, ਕਿਉਂਕਿ ਤੁਸੀਂ ਦੇਖੋ ਜਦ ਸਿੱਟ ਦਾ ਦੌਰ ਚੱਲਦਾ ਸੀਗਾ, ਜਦ ਕੁੰਵਰ ਵਿਜੇ ਪ੍ਰਤਾਪ ਹੋਣਾ ਸਰ ਇਹਦੀ ਤਾਕੀਦ ਕਰਦੇ ਹੋ, ਖਬਰ ਸੱਚੀ ਹੈ ਜੀ? ਕਿਉਂਕਿ ਤੁਸੀਂ ਵੀ ਬਹੁਤ ਦੇਖਦੇ ਹੋ। ਮੈਂ ਫਸਟ ਆਫ ਆਲ ਇਹ ਤੁਹਾਡੇ ਤੋਂ ਸੁਣਨਾ ਚਾਹੁੰਦਾ ਕਿ ਡੂ ਯੂ ਹੈਵ, ਤੁਹਾਡੀ ਨੌਲੇਜ ਹੈ ਜੀ ਇਹ ਖਬਰ? ਨਹੀਂ, ਮੇਰੀ ਨੌਲੇਜ ਨਹੀਂ, ਕਿਉਂਕਿ ਮੈਂ ਹਜੇ ਇਸ ਖਬਰ ਨੂੰ ਦੇਖ ਨਹੀਂ ਪਾਇਆ। ਕਿਉਂਕਿ ਆਪਾਂ ਜਸਟ ਕਿਉਂਕਿ ਉਸ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਲਾਈਵ ਹੋ ਚੁੱਕੇ ਹੋ ਤੇ ਮੈਂ ਇਹ ਗੱਲ ਹੋਏਗੀ, ਠੀਕ ਹੋਏਗੀ, ਕਿਉਂਕਿ ਇਹਦੀ ਅਟਕਲਾਂ ਲੱਗ ਰਹੀ ਸੀਗੀ ਕਿ ਆਉਣ ਵਾਲੇ ਟਾਈਮ ਵਿੱਚ ਖਾਸ ਕਰਕੇ 2 ਦਿਨਾਂ ਦੀ ਜਿਹੜੀ ਸੁਖਬੀਰ ਬਾਦਲ ਦੀ ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਬਹਿਸ ਚੱਲ ਰਹੀ ਹੈ ਜੀ ਕਿਸਾਨਾਂ ਦੇ ਪ੍ਰਤੀ ਆਰਡੀਨੈਂਸ ਦੇ ਮੁੱਦੇ ਤੇ, ਉਦਾਂ ਦੇ ਵਿੱਚ ਏਦਾਂ ਦੀ ਖਬਰ ਆਣਾ ਉਹ ਇੱਕ ਝਟਕਾ
ਅਕਾਲੀ ਦਲ ਵਾਸਤੇ ਲੱਗ ਸਕਦਾ ਹੈ। ਔਰ ਅਕਾਲੀ ਦਲ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਜੀ। ਅਗਰ ਇਹ ਗੱਲ ਖਬਰ ਸੱਚੀ ਹੈ ਜਾਂ ਠੀਕ ਹੈ ਤੇ ਇਹਦੇ ਨਾਲ ਅਕਾਲੀ ਦਲ ਨੂੰ ਆਉਣ ਵਾਲੇ ਟਾਈਮ ਵਿੱਚ ਔਕੜ ਆ ਸਕਦੀ ਹੈ। ਜੀ। ਔਰ ਇਹ ਖਬਰ ਮੈਨੂੰ ਇਹ ਲੱਗਦਾ ਹੈ ਕਿ ਹਜੇ ਇਸ ਖਬਰ ਦੀ ਪੁਸ਼ਟੀ ਤੇ ਨਹੀਂ ਕਰਦੇ, ਪਰ ਉਹ ਖਬਰ ਸੱਚੀ ਹੋਣੀ ਹੈ, ਉਹ ਠੀਕ ਹੋਣੀ ਹੈ, ਕਿਉਂਕਿ ਜਿਸ ਗਰੁੱਪ ਦੀ ਤੁਸੀਂ ਗੱਲ ਕਰਦੇ ਹੋ, ਜੀ। ਪੱਤਰਕਾਰਾਂ ਦਾ ਗਰੁੱਪ YJY, ਜੀ ਜੀ, ਉਹਦੇ ਵਿੱਚ ਤਕਰੀਬਨ ਖਬਰਾਂ ਠੀਕ ਹੀ ਹੁੰਦੀਆਂ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਤੇ ਹੁਣ ਗੁਰਦਾਸਪੁਰ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਗਾਇਕ ਹਰਪਾਲ ਪ੍ਰੀਤ ਦਾ ਮਾਮਲਾ ਕਾਫੀ ਜਿਹੜਾ ਹੈ ਉਹ ਤੂਲ ਫੜਦਾ ਜਾ ਰਿਹਾ ਹੈ। ਗਾਇਕ ਪ੍ਰੀਤ ਹਰਪਾਲ ਨੇ ਗੁਰੂ ਨਾਨਕ ਦੇਵ ਜੀ ਦੇ ਸੰਬੰਧੀ ਕੁਝ ਟਿੱਪਣੀਆਂ ਕਰਦੀ ਹੋਈ ਆਪਣੀ ਇੱਕ ਵੀਡੀਓ ਪਾਈ, ਆਪਣਾ ਗੀਤ ਬਣਾਇਆ ਹੈਗਾ। ਉਸ ਸੰਬੰਧੀ ਪੂਰੀ ਜਾਣਕਾਰੀ ਲੈ ਕੇ ਸਾਡੇ ਨਾਲ ਸੀਨੀਅਰ ਪੱਤਰਕਾਰ ਨਿਤਿਨ ਲੂਥਰਾ ਜੀ ਜੁੜ ਰਹੇ ਨੇ। ਨਿਤਿਨ ਜੀ, ਗਾਇਕ ਪ੍ਰੀਤ ਹਰਪਾਲ ਦੇ ਮਾਮਲੇ ਦੇ ਉੱਤੇ ਕੀ ਅਪਡੇਟਸ ਨੇ ਆਪ ਜੀ ਕੋਲ? ਜੀ ਸਤਿ ਸ਼੍ਰੀ ਅਕਾਲ ਜੀ ਨਿਤਿਨ ਜੀ। ਪ੍ਰੀਤ ਹਰਪਾਲ ਦੀ ਗੱਲ ਕਰੀਏ ਤੇ ਪ੍ਰੀਤ ਹਰਪਾਲ ਜੀ ਅੱਜ ਕੱਲ ਪੰਜਾਬ ਦੇ ਸਿੰਗਰ ਵਿਵਾਦਾਂ ਚ ਨੇ, ਪਰ ਇਹ ਨਹੀਂ ਸਮਝ ਆਉਂਦੀ ਵੀ ਆਪ ਨਾਲ ਇਹਨਾਂ ਨੂੰ ਪ੍ਰੋਬਲਮ ਕੀ ਆ, ਕਿ ਇਹ ਲਾਈਵ ਤੇ ਰਹਿਣਾ ਚਾਹੁੰਦੇ ਆ ਕਿ ਸਿਰਫ ਧਾਰਮਿਕ ਨੂੰ ਛੇੜ ਕੇ ਮੁਕਤੀ ਸ਼ਬਦ ਜੀਤ ਬਾਬਾ ਦਾ ਰੌਲਾ ਪਿਆ ਜੀ। ਹੁਣ ਅੱਜ ਕੱਲ ਪ੍ਰੀਤ ਹਰਪਾਲ ਦਾ ਪੈ ਗਿਆ। ਦੇਖੋ ਸਿੱਧਾ ਉਹ ਕਹਿ ਰਿਹਾ ਕਿ ਬਾਬੇ ਨਾਨਕ ਨੇ ਪਸੂੜੀ ਪਾਤੀ। ਨਾ ਦੱਸ, ਬਾਬੇ ਨਾਨਕ ਨੇ ਕੀ ਪਸੂੜੀ ਪਾਤੀ ਵੀ? ਉਹਦੇ ਦੋ ਸ਼ਬਦ ਨੇ ਜਿਹੜੇ ਅਸੀਂ ਆਪਣੇ ਮੂੰਹ ਦੇ ਕੰਗੇ ਤੇ ਨਹੀਂ ਲੱਗਦੇ, ਜਿਹੜੇ ਲੋਕੇ ਸੁਣਦੇ ਆ ਜੀ। ਉਹ ਕਹਿੰਦਾ ਨਵੀਂ ਪਸੂੜੀ ਪਾਤੀ ਬਾਬੇ ਨਾਨਕ ਨੇ, ਕਰੋਨਾ ਰੱਖ ਬਾਬੇ ਨਾਨਕ ਨੇ। ਨਾ ਦੱਸੋ। ਇਸ ਇਨਸਾਨ ਨੂੰ ਇਹ ਨਹੀਂ ਪਤਾ ਕਿ ਤੂੰ ਸਭ ਤੋਂ ਪਹਿਲਾਂ ਕਿਸ ਪਰਿਵਾਰ ਤੋਂ ਜਨਮ ਲਿਆ। ਚਲੋ ਇੱਥੇ ਆ ਜਾਈਏ, ਠੀਕ ਹੈ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਪਰਿਵਾਰ ਜੀ, ਤੇ ਤੂੰ ਗਰਾ ਵੀ ਰਿਹਾ। ਉਹ ਵੀ ਉਹਨਾਂ ਲਈ, ਉਹਨਾਂ ਗੁਰੂਆਂ ਲਈ ਜਿਨ੍ਹਾਂ ਨੂੰ ਕੇਵਲ ਪੰਥ ਨਹੀਂ ਮੰਨਦਾ ਜੀ। ਹਿੰਦੂਆਂ ਦੇ ਭਗਵਾਨ ਨੇ, ਸਿੱਖਾਂ ਦੇ ਪਹਿਲੇ ਗੁਰੂ ਨੇ ਜੀ, ਤੇ ਮੁਸਲਮਾਨਾਂ ਦੇ ਕੁਛ ਦੇ ਪੀਰ ਨੇ। ਠੀਕ ਹੈ ਜੀ। ਇਹ ਟਿਕਟੌਕ ਦੇ ਇਹਨੇ ਜਦੋਂ ਵੀਡੀਓ ਪਾਈ ਤੇ ਉਸ ਤੋਂ ਬਾਅਦ ਬਦਮਾਸ਼ੀ ਇਹ ਆ ਕਿ ਉਹ ਮੀਡੀਆ ਨੂੰ ਲਾਹਨਤਾਂ ਪਾ ਰਿਹਾ ਵਾ, ਮੀਡੀਆ ਨੂੰ ਧਮਕੀਆਂ ਲਾ ਰਿਹਾ ਵੀ ਜੋ ਕੀਤਾ ਕਰਾਇਆ ਮੀਡੀਆ ਦਾ ਵਾ, ਮੀਡੀਆ ਕਰ ਰਹੀ ਹੈ ਜੋ ਕਰ ਰਹੀ, ਉਹਦੇ ਕਹਿੰਦਾ ਮੈਂ ਕੁਛ ਨਹੀਂ ਕੀਤਾ। ਮੈਂ ਤਾਂ ਸਿਰਫ ਇੱਕ ਵੀਡੀਓ ਪਾਈ ਆ, ਲੇਕਿਨ ਬਾਕੀ ਕੀਤਾ ਕਰਾਇਆ ਮੀਡੀਆ ਦਾ। ਅੱਛਾ ਵੀ ਜੇ ਵੀਡੀਓ, ਇੱਕ ਮਿੰਟ ਮੈਨੂੰ ਹਾਂ ਦੱਸ ਵੀ ਵੀਡੀਓ ਪਾਈ ਤਾਂ ਅਗਲੇ ਨੇ ਟਿੱਪਣੀ ਕੀਤੀ, ਵੀਡੀਓ ਪਾਈ ਤਾਂ ਅਗਲੇ ਨੇ ਗੱਲ ਕੀਤੀ। ਸਿੱਧੂ ਮੂਸੇ ਵਾਲਾ ਕਹੇ ਵੀ ਮੈਂ ਤਾਂ ਜੀ ਕਿਹਾ ਕੁਛ ਨਹੀਂ, ਮੈਂ ਤਾਂ ਹਥਿਆਰਾਂ ਦੀ ਗੱਲ ਕੀਤੀ ਹੈ। ਪਰ ਇੱਕ ਚੀਜ਼ ਨੂੰ ਪੁੱਛਣ ਵਾਲੀ ਹੈ ਕਿ ਜੇ ਤੁਸੀਂ ਐਡਵਰਟੀਜ਼ਮੈਂਟ ਕਰਦੇ ਹੋ ਤਾਂ ਲੋਕ ਤੁਹਾਡਾ ਕਹੇ ਤੇ ਸਮਾਨ ਖਰੀਦਦੇ ਨੇ, ਤੁਹਾਨੂੰ ਫੋਲੋ ਕਰਦੇ ਨੇ। ਤੁਸੀਂ ਕਿਵੇਂ ਇਸ ਚੀਜ਼ ਤੋਂ ਬਚ ਸਕਦੇ ਹੋ ਕਿ ਜੀ ਮੈਂ ਵੀਡੀਓ ਵੀ ਪਾਤੀ, ਆਪਦੀ ਗੱਲ ਵੀ ਕਹਿਤੀ ਤੇ ਜੀ ਲੋਕਾਂ ਨੇ ਗੱਲ ਚੱਕ ਲਈ? ਜਦੋਂ ਪਾਈ ਕਾਹਦੇ ਲਈ ਹੈ ਫਿਰ ਤੂੰ? ਦਾਨੇ ਵਾਲੀ ਸਭ ਗੱਲ ਇਹੋ ਹੀ ਹੈ ਜੀ, ਸਮਝਣ ਦੀ ਥੋੜੀ ਜਿਹੀ ਜ਼ਰੂਰਤ ਆ। ਦੇਖੋ ਕਹਿੰਦਾ ਕਿ ਮੈਂ ਵੀਡੀਓ ਪਾਤੀ ਆ, ਪਰ ਮੇਰਾ ਇਹ ਮਨਸ਼ਾ ਨਹੀਂ ਸੀ ਬਈ ਉਹਦੇ ਅਰਥ ਚ ਨਿਕਲਦੇ ਨੇ, ਤੂੰ ਇਹ ਦੇਖ। ਫਿਰ ਉਹ ਕਹਿੰਦਾ ਜੇ ਮੈਂ ਗਲਤੀ, ਤੁਹਾਨੂੰ ਲੱਗਦਾ ਮੈਂ ਗਲਤੀ ਕੀਤੀ ਤੇ ਮੈਂ ਮਾਫੀ ਮੰਗ ਲੈਣਾ, ਵੈਸੇ ਮੈਂ ਗਲਤੀ ਨਹੀਂ ਕੀਤੀ। ਦੱਸੋ, ਲੈ ਤੁਸੀਂ ਕਹਿੰਦੇ ਮੈਂ ਮਾਫੀ ਮੰਗ ਲੈਣਾ। ਹਾਂ, ਤੁਸੀਂ ਕਹਿੰਦੇ ਉਹਦੇ ਮੈਂ ਮਾਫੀ ਮੰਗ ਲੈਣਾ। ਫਿਰ ਮੀਡੀਆ ਤੇ ਉਹਦੇ ਨਿੱਜੀ ਚੈਨਲਾਂ ਤੇ ਬਹੁਤ ਭੜਕਿਆ ਬਾਈ ਨੇ ਕਿ ਮੈਨੂੰ ਇਹਨਾਂ ਨੇ ਪੁੱਛਿਆ ਨਹੀਂ। ਦੇਖੋ ਸਿੰਗਰ ਇੱਕ ਉਹ ਜਮਾਤ ਆ ਜਿਹਦੇ ਥੱਲੇ 3 ਮੈਨੇਜਰ ਨੇ, 2 ਸੈਕਟਰੀ ਨੇ, 20 ਬਾਉਂਸਰ ਆ। ਗੱਲ ਕਿਹਦੇ ਨਾਲ ਕਰਨੀ ਆ? ਨਾ ਦੱਸ। ਇਹਨੇ ਆਪਣੇ ਇੰਸਟਾਗ੍ਰਾਮ ਤੇ ਮੀਡੀਆ ਨੂੰ ਚੰਗਾ ਭਲਾ ਕਿਹਾ ਜੀ, ਬੜੇ ਮਾੜੇ ਸ਼ਬਦ ਬੋਲੇ। ਜੇ ਉਹੀ ਸਿੱਧੂ ਮੂਸੇ ਵਾਲੇ ਵਾਂਗੂ ਲੱਗ ਗਿਆ ਨਾ, ਸਿੱਧੂ ਮੂਸੇ ਵਾਲੇ ਨੇ ਵੀ ਇਹੀ ਕੁਛ ਕੀਤਾ। ਫਿਰ ਦੇਖੋ ਸਭ ਤੋਂ ਵੱਡੀ ਗੱਲ ਦਾਦਵਾਨੀ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹੁੰਚ ਗਿਆ ਅੱਜ ਦੁਪਹਿਰ ਨੂੰ। ਅੱਛਾ ਜੀ। ਉੱਥੇ ਨਤਮਸਤਕ ਹੋਣ ਤੋਂ ਬਾਅਦ ਜੋ ਸਾਨੂੰ ਸੁਣਨ ਜਾਏ, ਉੱਥੇ ਜਾ ਕੇ ਵੀ ਇਹ ਗੱਲ ਕਹਿੰਦਾ ਕਿ ਮੈਂ ਕਿਸੇ ਦਾ ਦਿਲ ਨਹੀਂ ਦੁਖਾਇਆ, ਮੈਂ ਕੋਈ ਬੇਅਦਬੀ ਨਹੀਂ ਕੀਤੀ ਜੀ, ਪਰ ਜੇ ਕਿਸੇ ਨੂੰ ਲੱਗਦਾ ਤਾਂ ਫਿਰ ਮੈਂ ਮਾਫੀ ਮੰਗਦਾ। ਲੈ ਦੱਸੋ। ਉਸ ਤੋਂ ਬਾਅਦ ਹੁਣ ਪ੍ਰਦਰਸ਼ਨ ਸ਼ੁਰੂ ਹੋ ਗਏ ਜੀ। ਅੱਜ ਸਿੱਖ ਜਥੇਬੰਦੀਆਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ ਇਕੱਠੇ ਹੋ ਗਏ ਤੇ ਗੁਰਦਾਸਪੁਰ ਦੇ ਐਸਐਸਪੀ ਨੂੰ ਇੱਕ ਦਰਖਾਸਤ ਦਿੱਤੀ ਆ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਇਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਨਹੀਂ ਤੇ ਇਹ ਕਿਉਂਕਿ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਜੀ, ਤੇ ਉਹਨਾਂ ਨੇ ਗੱਲ ਕਹੀ ਆ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹਦਾ ਪਿੰਡ ਤੋਂ ਬਹੁਤ ਦੂਰ ਨਹੀਂ, ਜੇ ਇਸ ਤੇ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਕੁਝ ਜਥੇਬੰਦੀਆਂ ਨੇ ਵੀ ਕਿਹਾ ਸੀ ਵੀ ਅਸੀਂ ਕਾਨੂੰਨ ਹੱਥ 'ਚ ਵੀ ਲੈਣਾ ਜਾਣਦੇ ਆ। ਅੱਛਾ
ਵੀ ਅਸੀਂ ਝਾੜ ਝੰਬ ਕਰਨ ਵੀ ਜਾਣਦੇ ਆ। ਪੂਰੇ ਸਿੱਧੇ ਸ਼ਬਦਾਂ 'ਚ ਕਿਹਾ ਤਾਂ ਜੀ ਦੱਸਵਾਲੀ ਸਾਹਿਬ, ਜਿਹੜੀ ਝਾੜ ਝੰਬ ਤੁਸੀਂ ਲਫ਼ਜ਼ ਵਰਤੇ ਆ, ਹਾਂ ਮੈਂ ਕਹਿੰਦਾ ਵੀ ਅਸੀਂ ਕਾਨੂੰਨ ਟੱਪਣਾ ਜਾਣਦੇ, ਪਰ ਉਹਨਾਂ ਨੇ ਜਿਹੜੇ ਸ਼ਬਦ ਇਸਤੇਮਾਲ ਕੀਤੇ ਉਹ ਸਿੱਧੇ ਹੀ ਜੀ ਮਾਝੇ ਵਾਲੇ। ਜੀ ਦੱਸੋ। ਮਿਹਰਬਾਨੀ ਜੀ। ਸਿੰਗਰਾਂ ਨੂੰ ਓਕੇ, ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਜੀ। ਸੋ ਦੇਖੋ ਆਹ ਹਾਲ ਬਣਿਆ ਹੋਇਆ ਜੀ ਸਾਡੇ ਸਿੰਗਰਾਂ ਦਾ ਹੈ। ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਨੂੰ ਕੀ ਕਰਦੇ ਨੇ। ਸੋ ਇਹਨਾਂ ਨੂੰ ਇਹ ਹੈ ਵੀ ਸ਼ਾਇਦ ਮੈਨੂੰ ਤਾਂ ਇਹ ਚੱਕਰ ਨਜ਼ਰ ਆਉਂਦਾ ਵੀ ਕਿਤੇ ਨਾ ਕਿਤੇ ਕੰਟਰੋਵਰਸੀ ਕ੍ਰੀਏਟ ਕਰਦੇ ਨੇ ਕਿ ਸਾਡਾ ਨਾਂ ਬਣ ਜੇ, ਲੋਕਾਂ ਨੂੰ ਪਤਾ ਲੱਗੇ ਵੀ ਪ੍ਰੀਤ ਹਰਪਾਲ ਕੌਣ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਸੇ ਨੇ ਜਦੋਂ ਛਿੱਤਰ ਪੈਂਦੇ ਨੇ ਤਾਂ ਜ਼ੀਰੋ ਤੋਂ ਮੁੜ ਕੇ ਫੇਰ ਸ਼ੁਰੂ ਕਰ ਲੈਂਦੇ ਨੇ ਇਹੋ ਜਿਹੀਆਂ ਗੱਲਾਂ, ਤੇ ਗਿਣਤੀ ਨਹੀਂ ਪੂਰੀ ਆਉਣੀ ਤੁਹਾਡੇ ਤੋਂ। ਫਿਰੋਜ਼ਪੁਰ ਤੋਂ ਗੁਰਦਰਸ਼ਨ ਸੰਧੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਸਰ। ਸੰਧੂ ਸਾਹਿਬ ਕਹਿੰਦੇ ਸਿਕਿਉਰਿਟੀ ਗਾਰਡ ਦੀ ਹੀ ਸਿਕਿਉਰਿਟੀ ਖੋਲੀ। ਹਾਂ ਬਿਲਕੁਲ ਜੀ। ਫਿਰੋਜ਼ਪੁਰ ਦੇ ਵਿੱਚ ਤਲਵੰਡੀ ਭਾਈ ਕਸਬਾ ਜਿਹੜਾ ਹੈਗਾ, ਉੱਥੇ ਨਾਲ ਹੀ ਪਿੰਡ ਹਰਾਜ ਹੈ ਜੀ। ਉੱਥੇ ਇੱਕ ਪ੍ਰਾਈਵੇਟ ਬੈਂਕ ਦਾ ਸਿਕਿਉਰਿਟੀ ਗਾਰਡ ਜਿਹੜਾ ਹੈਗਾ, ਉਹ ਸ਼ਾਮ ਨੂੰ ਆਪਦੀ ਸਿਕਿਉਰਿਟੀ ਖਤਮ ਕਰਕੇ ਡਿਊਟੀ ਤੇ ਵਾਪਸ ਘਰ ਨੂੰ ਆ ਰਿਹਾ ਸੀਗਾ, ਤਾਂ 3 ਜਾਣੇ ਜਿਹੜੇ ਪਿੱਛੋਂ ਮੋਟਰਸਾਈਕਲ ਤੇ ਆਏ, ਇਹਨਾਂ ਦੇ ਕੋਲੇ ਰਿਵਾਲਵਰ ਵੀ ਸੀਗੇ ਤੇ ਹੋਰ ਵੀ ਹਥਿਆਰਾਂ ਦੇ ਨਾਲ ਲੈਸ ਸੀਗੇ। ਉਹਨਾਂ ਨੇ ਇਹਨੂੰ ਰੋਕਿਆ ਅਤੇ ਇਹਨਾਂ ਦੀ ਖਿੱਚੋ ਧੂ ਆਪਸ ਦੇ ਵਿੱਚ ਹੋਈ। ਉਹ ਜੀ ਬੰਦੂਕ ਖੋਣਾ ਚਾਹੁੰਦੇ ਸੀਗੇ ਜੀ। ਕਾਫੀ ਜਦੋਂ ਕੀਤੀ ਇਹਨੇ ਬੰਦੂਕ ਨਾ ਛੱਡੀ ਤਾਂ ਉਹਨਾਂ ਨੇ ਰਿਵਾਲਵਰ ਜਿਹੜੇ 2 ਬੰਦਿਆਂ ਨੇ ਇਹਦੇ ਤੇ ਤਾਣ ਦਿੱਤੇ, ਤਾਂ ਆਪਦੀ ਜਾਨ ਬਚਾਉਣ ਲਈ ਇਹਨੂੰ ਛੱਡਣੀ ਪਈ ਬੰਦੂਕ। ਤੇ 3 ਬੰਦੇ ਸੀ ਜਿਹੜੇ ਉਹ ਸ਼ਰੇਆਮ, ਤੁਸੀਂ ਦੇਖੋ ਵੀ ਸ਼ਾਮ ਦਾ ਟਾਈਮ ਸੀ ਬੀਤੇ ਦਿਨ ਦਾ, ਤੇ ਉਹ 3 ਬੰਦੇ ਜਿਹੜੇ ਸ਼ਰੇਆਮ ਦਿਨ ਦੀਵੀਂ ਜਿਹੜਾ ਰਫਲ ਦੀ ਖੋ ਕੇ ਲੈ ਗਏ। ਜਦੋਂ ਮਾਮਲਾ ਪੁਲਿਸ ਨੇ ਦਰਜ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਛਾਣਬੀਨ ਜਾਰੀ ਹੈ। ਪਰ ਇੱਕ ਬੜੀ ਵੱਡੀ ਗੱਲ ਆ ਵੀ ਕਿੰਨੇ ਹੌਸਲੇ ਬੁਲੰਦ ਹੋ ਗਏ ਨੇ ਇਹਨਾਂ ਲੋਕਾਂ ਦੇ। ਦਾਨੀਵਾਲੇ ਸਾਹਿਬ, ਫਿਲਹਾਲ ਤਾਂ ਜਿਹੜੇ ਇਹੋ ਜਿਹੇ ਅਪਰਾਧੀ ਕਿਸਮ ਦੇ ਲੋਕ ਨੇ ਉਹ ਥੋੜਾ ਬਿਜ਼ੀ ਨੇ, ਕਿਉਂਕਿ ਝੋਨੇ ਦਾ ਸੀਜ਼ਨ ਚੱਲਦਾ ਪਿਆ ਤੇ ਉਹ ਝੋਨਾ ਲਾਉਣ 'ਚ ਬਿਜ਼ੀ ਹੈ। ਹਾਂ, ਅਪਰਾਧੀਆਂ ਨੇ ਵੀ ਝੋਨਾ ਲਾਉਣਾ ਹੁੰਦਾ ਨਾ। ਜਦੋਂ ਇਹ ਝੋਨੇ ਦਾ ਸੀਜ਼ਨ ਖਤਮ ਹੋ ਗਿਆ ਤੇ ਮੇਰਾ ਮੰਨਣਾ ਇਹ ਹੈ ਕਿ ਲੁੱਟਾਂ ਖੋਹਾਂ ਹੋਰ ਵਧਣਗੀਆਂ, ਕਿਉਂਕਿ ਲਾਕਡਾਊਨ ਹੈਗਾ, ਇਨਕਮ ਦਾ ਸਾਧਨ ਕੋਈ ਨਹੀਂ ਹੈਗਾ ਜੀ। ਤਾਂ ਨਸ਼ੇੜੀ ਕਿਸਮ ਦੇ ਜਿਹੜੇ ਲੋਕ ਹੁੰਦੇ ਨੇ, ਜਦੋਂ ਉਹਨਾਂ ਕੋਲ ਪੈਸਾ ਨਾ ਆਵੇ ਤਾਂ ਫਿਰ ਉਹ ਪੈ ਜਾਂਦੇ ਆ ਜੀ। ਉਹਨਾਂ ਨੂੰ ਤਾਂ ਚਾਹੀਦਾ, ਉਹ ਤਾਂ ਆਪਦੇ ਟੱਬਰ ਨੂੰ ਪੈ ਜਾਂਦੇ ਜੀ। ਇਹ ਵਾਰਦਾਤ ਜਿਹੜੀ ਹੋਈ ਆ, ਪੁਲਿਸ ਛਾਣਬੀਨ ਕਰ ਰਹੀ ਹੈ ਤੇ ਹੁਣ ਦੇਖੋ ਕਦੋਂ ਪਤਾ ਲੱਗਦਾ ਕਿ ਇਹ ਕੌਣ ਕਿਸਮ ਦੇ ਲੋਕ ਸੀਗੇ ਜਿਹੜੇ ਹਥਿਆਰ ਖੋ ਕੇ ਲੈ ਗਏ, ਕਿਉਂਕਿ ਇਹਨਾਂ ਹਥਿਆਰਾਂ ਦੇ ਨਾਲ ਹੀ ਬਾਅਦ 'ਚ ਇਹਨਾਂ ਨੇ ਲੁੱਟਣਾ ਹੈ। ਪਹਿਲਾਂ ਹੀ ਉਹਨਾਂ ਕੋਲੇ 2 ਰਿਵਾਲਵਰ ਤਾਂ ਦੱਸ ਰਹੇ ਨਾ ਵੀ ਉਹ ਹੁਣ ਦੇਸੀ ਸੀ, ਕੱਟੇ ਸੀ ਜਾਂ ਕਿਹੜੇ ਸੀ, ਕਿਹੋ ਜਿਹੇ ਸੀਗੇ ਕਿ ਨਕਲੀ ਸੀਗੇ, ਫੂਕਣੀ ਦਾ ਹੀ ਬਣਾਈ ਬੈਠੇ ਹੁਣ। ਹਾਂਜੀ, ਵੀ ਹੋ ਸਕਦਾ ਨਕਲੀ ਹੋਣ ਤੇ ਉਹਨਾਂ ਨੇ ਇੱਕ ਓਰੀਜਨਲ ਜਿਹੜੀ ਆ ਅਸਲੀ ਰਫਲ ਜਿਹੜੀ ਹਥਿਆਰੀ ਹੈ, ਨਕਲੀ ਦੇ ਸਿਰ ਤੇ ਅਸਲੀ ਖੋਲੀ ਹੋਵੇ। ਹਾਂਜੀ ਜੀ। ਤੇ ਬਿਲਕੁਲ ਮੈਂ ਹੋਰ ਚੀਜ਼ ਕਰ ਰਿਹਾ ਕਿ ਅੱਜ ਕੱਲ੍ਹ ਮੈਂ ਵੇਖ ਰਿਹਾ ਕਿ ਜਿੱਥੇ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਪੁਲਿਸ ਅਧਿਕਾਰੀ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਪ੍ਰੈਸ ਕਾਨਫਰੰਸ ਕਰਦਾ ਜਾਂ ਤਸਵੀਰਾਂ ਖਿਚਾਉਂਦਾ ਜਾਂ ਕੋਈ ਵਿਰੋਧ ਹੁੰਦਾ ਜਾਂ ਪ੍ਰਦਰਸ਼ਨ ਹੁੰਦਾ, ਆਹ ਜਿਹੜੀ ਡਿਸਟੈਂਸਿੰਗ ਇੱਕ ਦੂਜੇ ਤੋਂ ਫਾਸਲਾ ਰੱਖਣਾ ਹੁੰਦਾ, ਇਹਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈਗਾ। ਧੱਜੀਆਂ ਚੱਕ ਮਿੱਤਰਾ, ਨਾਲੇ ਕਾਨੂੰਨ ਦੀ ਧਾਰਾ ਅਧੀਨ ਆਉਂਦਾ ਇਹ। ਬਿਲਕੁਲ ਨਹੀਂ, ਜਿਹੜਾ ਹੈਗਾ ਲੋਕ ਜਿਹੜਾ ਚਾਹੇ ਮਾਮਲੇ, ਮੈਂ ਫਿਰੋਜ਼ਪੁਰ ਦੀ ਗੱਲ ਕਰਾਂ, ਅੱਜ ਵੀ 2 ਮਾਮਲੇ ਵੱਧ ਗਏ ਆ ਦਿਨ ਪ੍ਰਤੀ ਦਿਨ ਜਿਹੜਾ ਹੈਗਾ ਉਹ ਮਾਮਲੇ ਕਰੋਨਾ ਦੇ ਵੱਧ ਰਿਹਾ। ਪਰ ਫਿਰ ਵੀ ਜੇ ਮੈਂ ਗੱਲ ਕਰਾਂ ਤੇ ਜਿਹੜੀਆਂ ਟਿੱਕੀਆਂ, ਬਰਗਰ, ਦਹੀਂ ਭੱਲਿਆਂ ਦੀਆਂ ਰੇਹੜੀਆਂ ਨੇ ਜਿਹੜੀਆਂ ਕਿ ਬਿਲਕੁਲ ਘੱਟੇ ਦੇ ਵਿੱਚ ਔਨ ਰੋਡ ਸੜਕਾਂ ਦੇ ਉੱਤੇ ਕੰਢਿਆਂ ਤੇ ਖੜੀਆਂ ਹੁੰਦੀਆਂ, ਲੋਕ ਉੱਥੇ ਵੀ ਭੀੜ ਪਾ ਕੇ ਜਿਹੜੇ ਛੋਲੇ ਭਟੂਰੇ ਖਾ ਰਹੇ ਹੁੰਦੇ ਆ। ਅਤੇ ਸਾਡੇ ਛਾਉਣੀ ਦੇ ਵਿੱਚ ਜਿਹੜਾ ਰਾਮੂ ਪੂੜੀਆਂ ਹੈਗਾ ਇੱਕ ਹੈਗਾ, ਉਹ ਤਾਂ ਕਹਿੰਦੇ ਉਹਦੀ ਤਾਂ ਬੰਦ ਹੀ ਨਹੀਂ ਹੋਈ, ਪੂਰੀ ਭੀੜ ਲੱਗੀ ਹੋਈ ਹੈ ਜੀ। ਬਿਲਕੁਲ ਡਿਸਟੈਂਸ ਤਾਂ ਹੈ ਛੱਡੋ, ਤੁਸੀਂ ਕੋਈ ਮਾਸਕ ਵੀ ਨਹੀਂ ਲਾਗੇ ਤਾਗੇ ਹੁੰਦਾ, ਚਲੋ ਖਾਣ ਲੱਗਿਆ ਤਾਂ ਲਾਉਣਾ। ਉੱਥੇ ਹਾਲਾਤ ਹੀ ਇਹੋ ਜਿਹੇ ਬਣੇ ਹੁੰਦੇ ਆ ਕਿ ਭੀੜ ਹੀ ਇੰਨੀ ਲੱਗੀ ਹੋਈ ਆ ਵੀ ਉੱਥੇ ਡਿਸਟੈਂਸ ਵੀ ਨਹੀਂ ਉਹ ਆਪਸ 'ਚ ਰੱਖ ਪਾਉਂਦੇ। ਤਾਂ ਜਿਹੜੀਆਂ ਇਹ ਰੇਹੜੀਆਂ ਨੇ ਤੇ ਪ੍ਰਸ਼ਾਸਨ ਵੀ ਜਿਹੜੇ ਹੁਣ ਮੈਂ ਬਿਲਕੁਲ ਜੇ ਬਾਕੀ ਨਾਲ ਬੋਲਾਂ ਤਾਂ ਪੁਲਿਸ ਅਧਿਕਾਰੀ ਜ਼ਰੂਰ ਚੌਂਕਾਂ 'ਚ ਖੜੇ ਆ, ਪਰ ਕੁਰਸੀਆਂ ਢਾਹ ਕੇ ਛਾਵੇਂ ਬੈਠੇ ਹੁੰਦੇ ਆ। ਉਹ ਕਿਸੇ ਵੀ ਗੱਡੀ ਨੂੰ ਨਹੀਂ ਰੋਕਦੇ ਨਾ, ਜਾਂ ਕਿਸੇ ਵੀ ਭੀੜ ਵਾਲੀ ਥਾਂ ਤੇ, ਜਾਂ ਜਿੱਥੇ ਵੀ ਕਿਸੇ ਮਾਲ ਦੇ ਵਿੱਚ ਜਾਂ ਬਾਜ਼ਾਰ 'ਚ ਜਾਂ ਰੈਸਟੋਰੈਂਟ 'ਚ ਮੈਂ ਇੱਕ ਜਾਣ ਦਾ ਮੈਨੂੰ ਕੱਲ ਮੌਕਾ ਮਿਲਿਆ। ਇੱਕ ਸਕਰੀਮਿੰਗ ਬੀਨਸ ਕੁਛ ਨਾਂ ਦਾ ਰੈਸਟੋਰੈਂਟ ਸੀਗਾ, ਫੁੱਲ ਭਰਿਆ ਹੋਇਆ ਸੀ। ਦਾਨੇਵਾਲੇ ਸਾਹਿਬ ਘੱਟ ਤੋਂ ਘੱਟ 30 ਦੇ ਕਰੀਬ ਉੱਥੇ ਤੇ ਬੜਾ ਭੀੜਾ ਜਿਹਾ ਸੀਗਾ, 30 ਦੇ ਕਰੀਬ ਨੌਜਵਾਨ ਬੈਠੇ ਹੋਏ ਸੀਗੇ। ਸਾਰਾ ਕੁਛ ਹਾਲਾਂਕਿ ਉਹਦੇ ਬਾਹਰ ਨਾਕਾ ਵੀ ਲੱਗਾ ਹੋਇਆ। ਉਹ ਛੱਡੋ ਜੀ, ਫਿਰ ਨਾਕੇ ਦੇ ਵਿੱਚ ਫਿਰ ਥੱਕੇ ਹੋਏ ਮੁਲਾਜ਼ਮਾਂ ਨੂੰ ਵੀ ਤਾਂ ਕੁਝ ਖਵਾਉਣਾ ਪਿਆਉਣਾ ਜੀ ਅਗਲੇ ਨੇ। ਹਾਂਜੀ, ਤੇ ਇਹ ਪੂਰੀ ਭੀੜ ਲੋਕਾਂ ਨੂੰ, ਇਹਦੀ ਲੋਕ ਮੁਲਾਜ਼ਮ ਤਾਂ ਜਿੰਨਾ ਕੁਛ ਕਰਦੇ ਆ, ਪਰ ਲੋਕ ਫਿਲਹਾਲ ਜਿਹੜਾ ਉਹ ਭੁੱਲ ਚੁੱਕੇ ਕਰੋਨਾ ਨੂੰ, ਜਾਂ ਇਹ ਸੋਚ ਰਿਹਾ ਕਿ ਜੇ ਹੋਣਾ ਹੈ ਤੇ ਹੋ ਹੀ ਜਾਣਾ। ਇਹ ਵੀ ਗੱਲ ਆ ਗਈ ਕਿ ਵੇਖੀ ਜਾਓ, ਕਹਿੰਦੇ ਖਾਂਦੇ ਪੀਂਦੇ ਮਰ ਜਾਓ, ਭੁੱਖੇ ਥੋੜਾ ਮਰ ਗਏ। ਲੋਕ ਜਿਹੜੇ ਡਿਸਟੈਂਸ ਨੂੰ ਭੁੱਲ ਚੁੱਕੇ ਆ ਜੀ। ਮਿਹਰਬਾਨੀ ਜੀ ਸੰਧੂ ਸਾਹਿਬ, ਤੁਹਾਡੀ ਸ਼ੁਕਰੀਆ। ਧੰਨਵਾਦ।
ਤੇ ਮਖੂ ਚੱਲਦੇ ਆ ਜੀ, ਕਮਲਜੀਤ ਸਿੰਘ ਜੀ ਸਾਡੇ ਨਾਲ ਨੇ। ਕਮਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਮਲਜੀਤ ਜੀ, ਬੜਾ ਕਹਿੰਦੇ 5 ਕਤਲ ਜਿਹੜੇ ਹੋਏ ਨੇ ਕੈਰੋਂ ਦੇ ਵਿੱਚ, ਕੀ ਅਪਡੇਟ ਆਈ ਹੈ ਜੀ? ਬੜਾ ਕਹਿੰਦੇ ਇਹ ਲੋਕ, ਬੇਸ਼ੱਕ ਪਰਿਵਾਰ ਤਾਂ ਬਦਨਾਮ ਥਾ, ਤੇ ਕੱਲ ਵੀ ਸਾਨੂੰ ਇਹ ਸੀ ਪਤਾ ਨਹੀਂ ਸ਼ਾਇਦ ਕੋਈ ਲੈਣ ਦੇਣ ਦਾ ਮਾਮਲਾ ਹੀ ਨਾ ਹੋਵੇ, ਨਸ਼ੇ ਪੱਤੇ ਦਾ ਨਾ ਮਾਮਲਾ ਹੋਵੇ, ਕੀ ਸੀ ਮਾਮਲਾ? ਮਾਮਲਾ ਜੀ ਹਜੇ ਤੱਕ ਵੀ ਜੇਕਰ ਜੀ ਆਵਾਜ਼ ਤੁਹਾਡੀ ਕੱਟ ਰਹੀ ਹੈ ਜੀ, ਤੁਸੀਂ ਰੇਂਜ 'ਚ ਥੋੜੇ ਜੇ ਦੇਖੋ ਤਾਂ ਚੈੱਕ ਕਰੋ। ਹਾਂਜੀ 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 ਹਾਂ, ਰੇਂਜ 'ਚ ਥੋੜਾ ਜਿਹਾ, ਹਾਂਜੀ ਸੈੱਟ ਹੈ ਜੀ ਆਵਾਜ਼ ਹੁਣ ਜੀ। ਇਹਨਾਂ ਜੀ ਅਜੇ ਵੀ ਪੁਲਿਸ ਅਧਿਕਾਰੀ ਜਿਹੜੇ ਆ ਪੂਰੀ ਜਾਣਕਾਰੀ ਜਿਹੜੀ ਆ ਪਰ ਜਿਹੜਾ ਇੰਨਾ ਜ਼ਰੂਰ ਪਤਾ ਲੱਗ ਜੀ ਕੀਤੇ ਗਏ ਆ, ਉਹ ਜਿਹੜਾ ਉਹਨਾਂ ਦਾ ਮੁੰਡਾ ਗੁਰਜੰਟ ਸਿੰਘ ਸੀ, ਜਿਹਨੂੰ ਕੱਲ ਦਾ ਹੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੋਇਆ ਸੀ, ਉਹਦੇ ਵੱਲੋਂ ਕਤਲ ਕੀਤੇ ਗਏ ਆ ਜੀ। ਉਹ ਕੱਲ ਸਵੇਰੇ ਸੀ। ਹੁਣ ਪਰ ਜਿਹੜਾ ਸ਼ੱਕੀ ਤੇ ਸਵਾਲ ਜਿਹੜਾ ਉੱਠਦਾ ਉਹ ਅਜੇ ਵੀ ਇਹੀ ਉੱਠਦਾ ਕਿ ਇੱਕ ਬੰਦਾ ਸਿਰਫ ਦਾਤਰਾਂ ਦੇ ਨਾਲ ਜਾਂ ਕਿਰਪਾਨ ਦੇ ਨਾਲ 5 ਜਣਿਆਂ ਦਾ ਕਤਲ ਨਹੀਂ ਕਰ ਜਾਣਾ, ਤੇ ਇਹ ਜਿਹੜਾ ਸਵਾਲ ਉੱਠਦਾ, ਪਰ ਪੁਲਿਸ ਵੱਲੋਂ ਸਿਰਫ ਅਜੇ ਤੱਕ ਇਹੀ ਗੱਲ ਕਹੀ ਗਈ ਆ ਕਿ ਗੁਰਜੰਟ ਸਿੰਘ ਨੇ ਹੀ 5 ਕਤਲ ਕੀਤੇ ਨੇ। ਅੱਛਾ, ਕਿ ਸੱਚਾਈ ਕੀ ਸਾਹਮਣੇ ਆਊਗੀ ਉਹ ਤੋਂ ਬਾਅਦ ਦੀ ਗੱਲ ਵਾ। ਜੇ ਪੁਲਿਸ ਵੱਲੋਂ ਤਾਂ ਪੂਰੀ ਸੱਚਾਈ ਜਿਹੜੀ ਆ ਜਾਣਕਾਰੀ ਨਹੀਂ ਦਿੱਤੀ ਗਈ, ਪਰ ਆਂਢ ਗੁਆਂਢ ਜਾਂ ਹੋਰ ਪਿੰਡ ਦੇ ਕਾਫੀ ਲੋਕਾਂ ਦੇ ਨਾਲ ਗੱਲਬਾਤ ਕੀਤੀ। ਕੁਝ ਲੋਕ ਇਸ ਨੂੰ ਸਹੀ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਆਪਣੀ ਕਰਨੀ ਦਾ ਫਲ ਮਿਲਿਆ, ਕਿਉਂਕਿ ਜਿਹੜਾ ਬ੍ਰਿਜ ਲਾਲ ਸੀ ਉਹਦੇ ਬਾਰੇ ਇਹ ਕਿਹਾ ਜਾ ਰਿਹਾ ਵਾ ਕਿ ਉਸ ਤੇ ਦੋਨੋਂ ਪੈਰ ਗਲੇ ਹੋਏ ਸਨ। ਅੱਛਾ ਜੀ। ਤੇ ਉਹ ਜਦੋਂ ਕਤਲ ਕਰ ਰਿਹਾ ਸੀ ਮੁੰਡਾ, ਜਾਂ ਘਰੇ ਆਇਆ ਸੀ ਕਤਲ ਕਰਨ, ਤਾਂ ਉਹਨੇ ਮਤਲਬ ਕਿ ਉਹ ਭੱਜ ਨਹੀਂ ਸਕਿਆ, ਉਹ ਪੈਰ ਗਲਣ ਦੇ ਕਾਰਨ। ਤੇ ਲੋਕੀ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਦੀ ਸਜ਼ਾ ਮਿਲੀ ਹੈ, ਕਿਉਂਕਿ 15 ਸਾਲ ਤੋਂ ਤੇ ਉਹ ਚਿੱਟੇ ਦਾ ਕਾਰੋਬਾਰ ਜਿਹੜਾ ਉਹ ਸਾਰੇ ਉਹ ਕਰ ਰਹੇ ਸਨ ਜੀ। ਤੇ ਇੱਕ ਹੋਰ ਜਿਹੜੀ ਜਾਣਕਾਰੀ ਮਿਲੀ ਉਹ ਵੀ ਹੈ ਕਿ ਇਹਨਾਂ ਦੀ ਭੈਣ ਜਿਹੜੀ ਆ ਉਹ ਵੀ ਚਿੱਟੇ ਦਾ ਕਾਰੋਬਾਰ ਕਰਦੀ ਸੀ, ਤੇ ਉਹ ਜੇਲ੍ਹ ਦੇ ਵਿੱਚ ਹੀ ਭੇਦਭਰੀ ਹਾਲਤ ਦੇ ਵਿੱਚ ਉਹਦੀ ਜਿਹੜੀ ਮੌਤ ਮਾਤਾ ਦਾ ਗੱਲ ਆ ਰਹੀ ਹੈ, ਮਾਤਾ ਦੀ ਗੱਲ ਆ ਰਹੀ ਸੀ। ਮਾਤਾ, ਹਾਂਜੀ ਹਾਂਜੀ, ਮਾਤਾ ਵੀ ਇਹਨਾਂ ਦੀ ਮਰੀ ਹੋਈ ਹੈ। ਉਸ ਤੋਂ ਬਾਅਦ ਵੀ ਥੋੜਾ ਰੌਲਾ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਪਿਆ ਹੋਇਆ ਸੀ। ਜਿਹੜਾ ਡਰਾਈਵਰ ਸੀ ਉਹਦੇ ਚਾਚੇ ਨੇ ਇਹ ਗੱਲ ਦਾ ਖੁਲਾਸਾ ਕੀਤਾ ਕਿ ਜਦੋਂ ਦੀ ਇਹਨਾਂ ਦੀ ਮਾਤਾ ਮਰੀ ਹੈ, ਇਹਨਾਂ ਦੇ ਘਰ ਦੇ ਵਿੱਚ ਕਾਫੀ ਕਲੇਸ਼ ਰਹਿਣ ਲੱਗ ਗਿਆ ਸੀ, ਕਿਉਂਕਿ ਮਾਤਾ ਦੇ ਹੱਥ ਦੇ ਵਿੱਚ ਘਰ ਦਾ ਜਿਹੜਾ ਸਾਰਾ ਅਧਿਕਾਰ ਮਾਤਾ ਦੇ ਕੋਲ ਸੀ। ਤੇ ਉਸ ਤੋਂ ਬਾਅਦ ਇਹਨਾਂ ਦੇ ਆਪਸੀ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਰੰਜਿਸ਼ ਇੱਕ ਦੂਜੇ ਨਾਲ ਰਹਿਣ ਲੱਗ ਗਈ ਸੀ ਮਾਤਾ ਦੀ ਮੌਤ ਤੋਂ ਬਾਅਦ। ਤੇ ਉਹਦੇ ਚਾਚੇ ਦਾ ਕਹਿਣਾ ਸੀ ਡਰਾਈਵਰ ਦੇ ਦਾ ਕਿ ਇਹਨਾਂ ਦੇ ਘਰ ਦੇ ਵਿੱਚ ਕਿਸੇ ਦਾ ਕਤਲ ਹੋ ਸਕਦਾ ਵਾ, ਪਰ ਇਹ ਇਸ ਤਰ੍ਹਾਂ ਕਤਲ ਹੋ ਸਕਦੇ ਆ 5 ਏਡੀ ਵੱਡੀ ਉਹ ਸਾਨੂੰ ਡਰਾਈਵਰ ਨੂੰ ਨਹੀਂ ਪਤਾ ਸੀ। ਤੇ ਡਰਾਈਵਰ ਦੇ ਚਾਚੇ ਦਾ ਇਹ ਕਹਿਣਾ ਸੀ ਕਿ ਰਾਤ ਨੂੰ ਜਦੋਂ ਇਹ ਵਾਰਦਾਤ ਨੂੰ ਅੰਜਾਮ ਦਿੱਤੀ ਜਾ ਰਹੀ ਸੀ, ਉਦੋਂ ਘਰ ਦੇ ਵਿੱਚੋਂ ਫੋਨ ਗਿਆ ਡਰਾਈਵਰ ਨੂੰ, ਘਰੇ ਪਹੁੰਚੋ। ਜਦੋਂ ਡਰਾਈਵਰ ਗਿਆ ਤੇ ਫਿਰ ਉਹ ਹੋ ਸਕਦਾ ਵਾ ਕਿ ਜਿਹੜਾ ਕਾਤਲ ਵਾ, ਹੁਣ ਪੁਲਿਸ ਮੁਤਾਬਕ ਤੇ ਗੁਰਜੰਟ ਸਿੰਘ, ਤੇ ਜੇਕਰ ਉਹੀ ਆ ਕਾਤਲ, ਤੇ ਫਿਰ ਉਹਨੇ ਆਪਣਾ ਸਬੂਤ ਮਿਟਾਉਣ ਦੇ ਲਈ ਜਿਹੜਾ ਵਾ ਉਹ ਡਰਾਈਵਰ ਦਾ ਵੀ ਜਿਹੜਾ ਕਤਲ ਕਰ ਦਿੱਤਾ ਹੋਵੇ। ਜੀ ਜੀ। ਹੁਣ ਬ੍ਰਿਜਲਾਲ ਤੇ ਜੇ ਵੇਖਿਆ ਜਾਵੇ ਤੇ 22 ਮੁਕੱਦਮੇ ਪੱਟੀ ਦੇ ਵਿੱਚ ਤੇ 1 ਮੁਕੱਦਮਾ ਅੰਮ੍ਰਿਤਸਰ ਦੇ ਵਿੱਚ, 23 ਕੁੱਲ ਮਾਮਲੇ 23 ਜਿਹੜੇ ਉਹਨਾਂ ਦੇ ਉੱਤੇ ਦਰਜ ਸਨ ਸਿਰਫ ਡਰੱਗ ਨੂੰ ਲੈ ਕੇ। ਦੱਸੋ। ਹਾਂਜੀ, ਸਿਰਫ ਪੱਟੀ ਦੇ ਵਿੱਚ ਹੀ 22 ਮੁਕੱਦਮੇ ਜਿਹੜੇ ਆ ਉਹਨਾਂ ਦੇ ਉੱਤੇ ਦਰਜ ਸਨ। ਤੇ ਫਿਰ ਵੀ ਤੁਸੀਂ ਹਿਸਾਬ ਲਾ ਲਓ ਕਿ ਇੰਨੇ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਵੀ ਉਹ ਘਰ ਦੇ ਵਿੱਚ ਹੀ ਸਨ, ਕੋਈ ਉਹਨਾਂ ਨੇ ਕਹਿਣ ਤੋਂ ਭਾਵ ਵੀ ਬਿਲਕੁਲ ਬੜੀ ਵੱਡੀ ਗੱਲ ਹੈ। 23 ਮੁਕੱਦਮੇ, ਉਹ ਵੀ ਨਸ਼ੇ ਦੇ, ਉਹ ਵੀ ਚਿੱਟੇ ਦੇ, ਤੇ ਬੰਦਾ ਸ਼ਰੇਆਮ ਤੁਰਿਆ ਫਿਰੇ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇਤਿਹਾਸ ਹੈ ਜੀ ਪੰਜਾਬ ਦਾ। ਹਾਂਜੀ ਬਿਲਕੁਲ ਜੀ। ਕੁਝ ਬੰਦੇ ਆਪਾਂ ਦੇਖਦੇ ਹਾਂ ਕਿ ਬਿਲਕੁਲ ਕੋਈ ਛੋਟੇ ਕੇਸਾਂ ਦੇ ਵਿੱਚ ਹੀ ਉਹਨਾਂ ਨੂੰ 10-10 ਸਾਲ ਅੰਦਰ ਰਹਿਣਾ ਪੈ ਜਾਂਦਾ ਵਾ, ਪਰ ਇੱਥੇ 23 ਮੁਕੱਦਮੇ ਦਰਜ ਹੋਣ ਦੇ ਬਾਵਜੂਦ ਵੀ ਬੰਦਾ ਜਿਹੜਾ ਉਹ ਘਰ ਦੇ ਵਿੱਚ ਹੀ ਸੀ। ਹੁਣ ਪੂਰਾ ਮਾਮਲਾ ਕੀ ਹੈ ਤੇ ਸਚਾਈ ਬਾਅਦ ਵਿੱਚ ਨਿਕਲ ਕੇ ਸਾਹਮਣੇ ਆਊਗੀ। ਫਿਲਹਾਲ ਇੰਨੀ ਜਾਣਕਾਰੀ ਹੈ ਕਿ ਜਿਹੜਾ ਕਤਲ ਵਾ ਉਹ ਮੁੰਡੇ ਵੱਲੋਂ ਕੀਤਾ ਗਿਆ, ਗੁਰਜੰਟ ਸਿੰਘ ਵੱਲੋਂ। ਜੀ ਮਿਹਰਬਾਨੀ ਜੀ ਕਮਲਜੀਤ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਆ ਗਏ ਜੀ ਆਪਾਂ ਬਠਿੰਡਾ, ਜਿੱਥੋਂ ਰੇਡੀਓ ਪੰਜਾਬ ਟੁਡੇ ਤੁਹਾਡੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਜੀ। ਪੰਜਾਬ ਭਰ ਦੇ ਵਿੱਚ ਅਸੀਂ ਸਾਰੇ ਪੱਤਰਕਾਰਾਂ ਨੂੰ ਲੈ ਕੇ ਆਉਣੇ ਆ, ਤੇ ਲਾਸਟ ਦੇ ਵਿੱਚ ਅਸੀਂ ਫਿਰ ਬਠਿੰਡਾ ਤੋਂ ਸਮਾਪਤੀ ਕਰਦੇ ਹੁੰਦੇ ਆ। ਤੇ ਸਾਡੇ ਨਾਲ ਅਮਨਦੀਪ ਗੋਸਲ ਜੀ ਇਸ ਵਕਤ ਮੌਜੂਦ ਨੇ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ, ਭਗਵੰਤ ਮਾਨ ਜੀ ਆਏ, ਕਿਆ ਬੋਲੇ? ਭਗਵੰਤ ਮਾਨ ਜੀ ਅੱਜ ਜਿਹੜਾ ਹੈਗਾ, ਪਹਿਲਾਂ ਤਾਂ ਉਹਨਾਂ ਨੇ ਸੁਖਬੀਰ ਬਾਦਲ, ਸਮੁੱਚੀ ਬਾਦਲ ਫੈਮਿਲੀ ਨੂੰ ਅੱਜ ਨਿਸ਼ਾਨੇ ਤੇ ਰੱਖਿਆ ਹੈਗਾ, ਜੋ ਪਿਛਲੇ ਦਿਨੀ ਜਿਹੜਾ ਇੱਕ ਚਰਚਾ ਦਾ ਵਿਸ਼ਾ ਬਣਿਆ ਸੀ ਸੀਐਮ ਨੂੰ, ਜਿਸ ਤਰ੍ਹਾਂ ਸੁਖਬੀਰ ਬਾਦਲ ਵੱਲੋਂ ਤਿੱਖੇ ਸਵਾਲ ਕੀਤੇ ਗਏ, ਉਹੀ ਤਿੱਖੇ ਸਵਾਲ ਜਿਹੜੇ ਅੱਜ ਭਗਵੰਤ ਮਾਨ ਨੇ ਜਿਹੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਦੇ ਉੱਪਰ ਜਿਹੜੇ ਹੈਗੇ ਸਾਦੇ ਨੇ ਜੀ, ਉਹਨਾਂ ਵੱਲੋਂ ਇੱਕ ਬੜੀ ਜਿਹੜੀ ਤਿੱਖੀ ਟਿੱਪਣੀ ਕੀਤੀ ਗਈ ਹੈ ਵੀ ਜਿਹੜੇ ਅਕਾਲੀ ਦਲ ਬਾਦਲ ਹੈ ਜੀ,
ਇਹ ਦੋਹਰੀ ਰਣਨੀਤੀ ਜਿਹੜੀ ਹੈਗਾ ਰਾਜਨੀਤੀ ਕਰਦੇ ਆ, ਪਾਰਲੀਮੈਂਟ 'ਚ ਕੁਝ ਹੋਰ ਬੋਲਦੇ ਆ, ਪੰਜਾਬ ਆ ਕੇ ਜਦੋਂ ਵਾਪਸ ਪੰਜਾਬ ਆਉਂਦੇ ਆ ਤਾਂ ਕੁਝ ਹੋਰ ਬੋਲਦੇ ਆ ਜੀ। ਕੇਂਦਰ ਦੇ ਨਾਲ ਜਿਹੜਾ ਹੈ ਗੱਠਜੋੜ ਕਰਕੇ ਇਹ ਉਹਨਾਂ ਦੇ ਜਿਹੜੇ ਆਰਡੀਨੈਂਸ ਲਿਆਂਦੇ ਜਾਂਦੇ ਨੇ ਜਾਂ ਬਿੱਲ ਨੇ ਉੱਥੇ ਉਹਨਾਂ ਦੇ ਹੱਕ 'ਚ ਜਿਹੜੇ ਹੈਗੇ ਭੁਗਤਦੇ ਨੇ, ਵੋਟ ਪਾਉਂਦੇ ਨੇ ਜੀ। ਪੰਜਾਬ ਆ ਕੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਬੁੱਧੂ ਬਣਾਉਂਦੇ ਨੇ, ਇੱਥੇ ਆ ਕੇ ਉਸ ਚੀਜ਼ ਦਾ ਵਿਰੋਧ ਕਰਦੇ ਨੇ ਤੇ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਉਹਨਾਂ ਨੇ ਬੜੇ ਤਿੱਖੀ ਸ਼ਬਦੀ ਹਮਲੇ ਜਿਹੜੇ ਹੈਗਾ ਭਗਵੰਤ ਮਾਨ ਨੇ ਅੱਜ ਜਿਹੜਾ ਹੈਗਾ ਸੁਖਬੀਰ ਬਾਦਲ ਤੇ ਬੋਲੇ ਨੇ। ਅੱਜ ਉਹ ਜਿਹੜਾ ਹੈਗਾ ਮਾਨਸਾ ਜ਼ਿਲ੍ਹੇ ਦਾ ਸ਼ਹੀਦ ਹੋਏ ਨੇ ਚਾਈਨਾ ਦੇ ਨਾਲ ਜਿਹੜਾ ਹੈਗਾ ਗੁਰਤੇਜ ਸਿੰਘ, ਉਹਨਾਂ ਨੂੰ ਜਿਹੜਾ ਹੈਗਾ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਬਠਿੰਡਾ ਵਿਖੇ ਮੀਡੀਆ ਦੇ ਸਨਮੁਖ ਹੋਏ ਸਨ। ਜੀ ਜੀ। ਸੋ ਬਾਕੀ ਬਠਿੰਡੇ ਦੇ ਵਿੱਚ ਸਿਵਲ ਹਸਪਤਾਲ 'ਚ ਵੀ ਪਾਣੀ ਭਰ ਗਿਆ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਹਿੰਦੇ ਕਾਫੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕੱਲ੍ਹ ਵਾਲੇ ਮੀਂਹ ਦੀਆਂ। ਬਿਲਕੁਲ ਜੀ, ਆਪਣਾ ਹੈਗਾ ਦੇਖੋ ਇਹ ਟਿੱਬਿਆਂ ਦੇ ਵਸਿਆ ਹੋਇਆ ਸ਼ਹਿਰ ਹੈ। ਹਾਂ ਬਿਲਕੁਲ, ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਤਾਂ ਢਲ ਕੇ ਆਉਂਦਾ ਹੀ ਹੈ। ਤੇ ਜਿਹੜਾ ਹੈਗਾ ਕੋਈ ਵੀ ਸਿਆਸੀ ਪਾਰਟੀ ਭਾਵੇਂ ਲੱਖ ਦਾਅਵੇ ਕਰੀ ਜਾਵੇ, ਅਕਾਲੀ ਸਰਕਾਰ ਰਹੀ ਹੈ, ਅਕਾਲੀ ਦਲ ਭਾਜਪਾ ਦੀ 10 ਸਾਲ, ਉਦੋਂ ਵੀ ਇਹੀ ਹਾਲ ਰਿਹਾ। ਬਿਲਕੁਲ ਜੀ, ਕਰੀਬ 4 ਸਾਲ ਹੋ ਚੁੱਕੇ ਆ ਕਾਂਗਰਸ ਸਰਕਾਰ ਨੂੰ, ਹੁਣ ਵੀ ਉਹੀ ਹਾਲ ਹੈ। ਇਹ ਰਹਿਣਾ ਵੀ ਆ, ਅੱਗੇ ਵੀ ਇਹੀ ਹਾਲ ਹੀ ਰਹਿਣਾ, ਅੱਗੇ ਵੀ ਇਹੀ ਹਾਲ ਰਹਿਣਾ, ਕਿਉਂਕਿ ਜਿਹੜਾ ਇੱਥੇ ਸਿਸਟਮ ਬਣਾਇਆ ਇਹਨਾਂ ਨੇ ਆਪਣਾ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਜੀ, ਉਹ ਕਾਮਯਾਬ ਇਸ ਕਰਕੇ ਨਹੀਂ ਹੁੰਦਾ ਹੈਗਾ ਵੀ ਇਹਨਾਂ ਕੋਲੇ ਤਰਤੀਬ ਨਹੀਂ ਹੈ ਪ੍ਰੋਪਰ, ਜਿਹੜੀ ਆਪਾਂ ਕਹਿ ਦਈਏ। ਠੀਕ ਹੈ ਨਾ ਜੀ, ਵੀ ਨਗਰ ਨਿਗਮ ਭਾਵੇਂ ਲੱਖ ਕੋਸ਼ਿਸ਼ਾਂ ਕਰ ਲੇ, ਉੱਚਾ ਨੀਵਾਂ ਇਲਾਕਾ ਹੋਣ ਕਰਕੇ ਕਿਤੇ ਇਲਾਕਾ ਉੱਚਾ ਕਿਤੇ ਨੀਵਾਂ, ਜਿਹੜੀ ਪਾਈਪ ਇਹਨਾਂ ਵੱਲੋਂ ਪਾਈ ਜਾ ਰਹੀ ਹੈ ਬਾਰਿਸ਼ ਦੇ ਪਾਣੀ ਦੇ ਸੀਵਰੇਜ ਨੂੰ ਲੈ ਕੇ ਜੀ, ਠੀਕ ਹੈ ਨਾ ਜੀ, ਉਹਦਾ ਆਸਮੇ ਤਾਲਮੇਲ ਹੀ ਨਹੀਂ ਬੈਠਦਾ। ਨੀਵੇਂ ਇਲਾਕਿਆਂ 'ਚ ਪਾਣੀ ਭਰਨਾ ਹੀ ਭਰਨਾ। ਪਿਛਲੇ ਸਾਲ ਵੀ ਤੁਹਾਨੂੰ ਯਾਦ ਹੋਊਗਾ ਸ਼ਾਇਦ ਵੀ ਆਈਜੀ ਤੇ ਐਸਐਸਪੀ ਦੀ ਕੋਠੀ, ਡੀਸੀ ਦੀ ਕੋਠੀ ਬੁਰੀ ਤਰ੍ਹਾਂ ਬਿਲਕੁਲ, ਸੈਸ਼ਨ ਜੱਜ ਦੀ ਕੋਠੀ ਤੇ ਪੀਡਬਲਿਊਡੀ ਦੇ ਚੀਫ ਇੰਜੀਨੀਅਰ ਤੱਕ ਦੀ ਕੋਠੀ ਹੁਣ ਤੁਹਾਨੂੰ ਦੇਖ ਰਹੇ ਪਾਵਰ ਹਾਊਸ ਰੋਡ ਦੇ ਉੱਤੇ ਇੱਕ ਅਲੱਗ ਕੰਧ ਕੱਢ ਕੇ ਉਹਨਾਂ ਦੀ ਸੇਫਟੀ ਕੀਤੀ ਜਾ ਰਹੀ ਹੈ। ਹਾਂ ਬਿਲਕੁਲ ਜੀ। ਤੇ ਜਿਹੜਾ ਬਾਰਿਸ਼ ਨੇ ਹੁਣ ਵੀ ਹਲੇ ਪਹਿਲੀ ਬਾਰਿਸ਼ ਹੋਈ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੀਵੇਂ ਇਲਾਕਿਆਂ 'ਚ ਕਈਆਂ ਦੇ ਵਿੱਚ ਕਈ ਫੁੱਟ ਪਾਣੀ ਖੜ ਗਿਆ ਹੈਗਾ। ਦੇਖੋ ਹੁਣ ਇਲੈਕਸ਼ਨ ਦੇ ਆਪਾਂ ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਵੀ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜਾ ਹੈਗਾ ਆਉਣ ਵਾਲੀ ਇਲੈਕਸ਼ਨ ਦੀ ਤਿਆਰੀ ਅਗੇਤੀ ਆਰੰਭ ਦਿੱਤੀ ਹੈ ਜੀ। ਤੇ ਜਿਹੜੇ ਸੱਤਾਧਾਰੀ ਧਿਰ ਨੂੰ ਘੇਰਨ ਲਈ ਕੋਈ ਵੀ ਮੌਕਾ ਉੱਥੋਂ ਨਹੀਂ ਜਾਣ ਦਿੰਦੇ। ਉਹ ਛੋਟੇ ਛੋਟਾ ਜਿਹੜਾ ਮੌਕਾ ਹੈ ਉਹਦੇ ਉੱਤੇ ਵੀ ਜਿਹੜਾ ਹੈਗਾ ਇਹ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰਦੇ ਹੈਗੇ, ਭਾਵੇਂ ਉਹ ਕੋਈ ਵੀ ਸਿਆਸੀ ਪਾਰਟੀ ਹੈ, ਭਾਵੇਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਹੈ, ਭਾਵੇਂ ਆਮ ਆਦਮੀ ਪਾਰਟੀ ਹੈ ਜਾਂ ਕੋਈ ਹੋਰ ਪਾਰਟੀ ਹੈ। ਇਹਨਾਂ ਵੱਲੋਂ ਸੱਤਾਧਾਰੀ ਪਾਰਟੀ ਉੱਤੇ ਤਿੱਖੇ ਨਿਸ਼ਾਨੇ ਸਾਧੇ ਜਾਂਦੇ ਨੇ, ਛੋਟੇ ਤੋਂ ਛੋਟਾ ਮੌਕਾ ਨਹੀਂ ਗਵਾਇਆ ਜਾਂਦਾ। ਜੀ ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਅਮਨਦੀਪ ਗੋਸਲ ਜੀ, ਮਿਹਰਬਾਨੀ, ਧੰਨਵਾਦ। ਸੋ ਪ੍ਰੋਗਰਾਮ ਸ਼ਮਾਦਾਨ ਦੀ ਮੈਂ ਇੱਥੇ ਤੁਹਾਡੇ ਤੋਂ ਸਮਾਪਤੀ ਕਰਨ ਦੀ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਸਾਰੇ ਲਿਸਨਰਸ ਨੂੰ ਇੱਕ ਗੁਜ਼ਾਰਿਸ਼ ਕਰਾਂਗਾ ਕਿ ਕਿਰਪਾ ਕਰਕੇ ਤੁਸੀਂ ਰੇਡੀਓ ਪੰਜਾਬ ਟੁਡੇ ਦੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਸਾਨੂੰ ਵੀ ਰੇਡੀਓ ਨੂੰ ਵੀ ਸਪੋਰਟ ਕਰੋ। ਜੇਕਰ ਤੁਹਾਡੇ ਕੋਲੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਸਾਨੂੰ ਕਿਸੇ ਪ੍ਰਕਾਰ ਨਾਲ ਵੀ ਮਾਈਕ ਸਹਾਇਤਾ ਕਰ ਸਕਦੇ ਹੋ, ਤੁਸੀਂ ਸਪਾਂਸਰਸ਼ਿਪ ਦੇ ਸਕਦੇ ਹੋ ਤਾਂ ਤੁਹਾਡਾ ਵੈਲਕਮ। ਐਡਵਰਟੀਜ਼ਮੈਂਟ ਦੇ ਰੇਟਸ ਬਹੁਤ ਰੀਜ਼ਨੇਬਲ ਨੇ। ਸੋ ਇਸ ਤੋਂ ਇਲਾਵਾ ਤੁਸੀਂ ਸਾਰੇ ਟਰੱਕਰ ਵੀਰ ਖਾਸ ਕਰਕੇ ਉਹਨਾਂ ਸਾਰੇ ਐਡਵਰਟਾਈਜ਼ਰਸ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਨੇ ਅਤੇ ਉਹਨਾਂ ਦੀ ਐਡ ਰੇਡੀਓ ਪੰਜਾਬ ਟੁਡੇ 'ਤੇ ਚੱਲਦੀ ਹੈ, ਪਲੀਜ਼ ਉਹਨਾਂ ਨੂੰ ਬਿਜ਼ਨਸ ਵੀ ਜ਼ਰੂਰ ਦਿਓ, ਕਿਉਂਕਿ ਤੁਹਾਡੀ ਬਦੌਲਤ ਜਦੋਂ ਤੁਸੀਂ ਤੇਲ ਵੀ ਬਦਲਾਉਣਾ ਹੈ, ਹੋਰ ਵੀ ਬਦਲਾਉਣਾ ਹੈ, ਅਤੇ ਆਪਣੇ ਜਿਹੜੇ ਐਡਵਰਟਾਈਜ਼ਰ ਨੇ ਜਿੱਦਾਂ ਦੀ ਬਦੌਲਤ ਆਪਾਂ ਜੁੜਦੇ ਹਾਂ, ਉਹਨਾਂ ਨੂੰ ਜਦੋਂ ਬਿਜ਼ਨਸ ਦਿਓਗੇ ਤਾਂ ਉਹਨਾਂ ਦਾ ਹੌਸਲਾ ਵਧੇਗਾ। ਸੋ ਮੈਨੂੰ ਸਵਰਨ ਸਿੰਘ ਦਾਨੇ ਲਈ ਹੁੰਦੇ ਇਜਾਜ਼ਤ, ਮੁਲਾਕਾਤ ਹੋਏਗੀ ਸੋਮਵਾਰ ਨੂੰ।